ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਖਮਨੀ ਸਾਹਿਬ ਪਹਿਲੀ ਅਸ਼ਟਪਦੀ ਕੀਤੀ ਆਪਾਂ, ਉਹਦਾ ਇੱਕ ਪਦਾ ਕੀਤਾ ਸੀ। ਹੁਣ ਆਪਾਂ 7 ਪਦੇ ਰਹਿ ਗਏ, ਉਹਨਾਂ ਦੀ ਵਿਚਾਰ ਸ਼ੁਰੂ ਕਰਦੇ ਹਾਂ। ਜਿੰਨੀ ਕੁ ਆਪਾਂ ਨੂੰ ਕੁਦਰਤ ਨੇ ਮੱਤ ਬਖਸ਼ੀ ਹੈ, ਆਪਾਂ ਇਹਨੂੰ ਧਿਆਨ ਨਾਲ ਸੁਣਨਾ ਹੈ, ਫਿਰ ਵਿਚਾਰਨਾ ਹੈ, ਜਿਹਦੇ ਵਿੱਚੋਂ ਗਿਆਨ ਪੈਦਾ ਹੁੰਦਾ ਹੈ। ਇਹੀ ਤਾਂ ਸ਼ਕਤੀ ਹੈ ਸ਼ਬਦ ਦੀ। ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਦੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਮਨੁੱਖ ਨੂੰ ਦੇਵਤਾ ਬਣਨ ਨੂੰ ਟਾਈਮ ਨਹੀਂ ਲੱਗਦਾ, ਪਰ ਉਹਦੀ ਕਿਰਪਾ ਰਹਿਮਤ ਤੋਂ ਪਹਿਲਾਂ ਇਹਦਾ ਸੁਭਾਅ ਵਿਗੜਦਾ ਚਲਿਆ ਜਾਂਦਾ ਹੈ। ਇਹੀ ਤਾਂ ਕਿਰਪਾ ਲੈਣੀ ਸੀ, ਬੁਰਾਈਆਂ ਕਰਨੀ ਇਹਦਾ ਝੁਕਾਅ, ਪਰ ਗੁਰਸ਼ਬਦ ਦੀ ਕਮਾਈ ਤੋਂ ਬਿਨਾਂ ਇਹਦਾ ਸੁਭਾਅ ਨਹੀਂ ਬਦਲਦਾ। ਅਬਰ ਉਪਦੇਸੇ ਆਪ ਨਾ ਕਰੇ, ਆਪ ਨਹੀਂ ਕਮਾਈ ਕਰਦਾ, ਦੂਜਿਆਂ ਨੂੰ ਉਪਦੇਸ਼ ਕਰਦਾ ਹੈ। ਭਗਤ ਕਬੀਰ ਜੀ ਸਮਝਾਉਂਦੇ, ਔਰੋਂ ਕੋ ਉਪਦੇਸ਼ ਤੇ ਮੁਕਮੇ ਪਰ ਹੈ ਰੇਤ, ਰਾਸ ਬਗਾਨੀ ਰਾਖ ਤੇ ਖਾਇਆ ਕਰ ਕਾ ਗੇਤ। ਨਹੀਂ ਭਾਈ, ਪਹਿਲਾਂ ਆਪਾਂ ਆਪ ਪ੍ਰਾਪਤੀ ਕਰਨੀ ਹੈ, ਫਿਰ ਦੂਏ ਨੂੰ ਸਮਝਾਉਣਾ ਵਾ। ਆਪਦੇ ਘਰ ਪਹੁੰਚਣਾ ਪਹਿਲਾਂ ਕਿਵੇਂ ਕਿਵੇਂ ਪਹੁੰਚੇ ਆ, ਉਹੀ ਤਾਂ ਸੇਵਾ ਹੈ। ਆਪ ਜਪੇ ਅਵਰੇ ਨਾਮ ਜਪਾਵੇ। ਆਪਾਂ ਹੁਣ ਦੂਆ ਪਦਾ ਸ਼ੁਰੂ ਕਰਦੇ ਹਾਂ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਵਿਸ਼ਰਾਮ ਰਹਾਓ। ਇਹ ਐਸਾ ਮਾਰਗ ਹੈ, ਵਿਕਾਸ ਮਾਰਗ ਹੈ ਭਾਈ, ਜਿਹੜੀ ਇੱਥੇ ਚੱਲਣਗੇ। ਵਿਕਾਸ ਤੋਂ ਭਾਵ ਖੁਸ਼ੀ, ਮਨ ਬੁੱਧੀ ਖਿੜੇ ਰਹਿੰਦੇ ਨੇ, ਨਹੀਂ ਸਾਡੇ ਅੰਦਰ ਚਿੰਤਾ ਬਣੀ ਰਹਿੰਦੀ ਹੈ। ਇਹ ਕਿਰਪਾ ਲੈਣੀ ਆਪਾਂ। ਪ੍ਰਭ ਕੇ ਸਿਮਰਨ ਗਰਭ ਨਾ ਬਸੇ, ਪ੍ਰਭ ਕੇ ਸਿਮਰਨ ਦੁੱਖ ਜਮ ਨਸੇ। ਨਸੇ ਤੋਂ ਭਾਵ ਜਿਵੇਂ ਕਮਰੇ 'ਚ ਲਾਈਟ ਜਲ ਜਾਂਦੀ ਹੈ, ਹਨੇਰਾ ਭੱਜ ਜਾਂਦਾ ਹੈ। ਹਨੇਰਾ ਇੱਥੇ ਹੀ ਹੁੰਦਾ ਹੈ, ਪਰ ਲਾਈਟ ਦੀ ਰੋਸ਼ਨੀ 'ਚ, ਜਿਵੇਂ ਸੂਰਜ ਦੀ ਰੋਸ਼ਨੀ 'ਚ ਹਨੇਰਾ ਨਹੀਂ ਦਿੰਦਾ, ਇਵੇਂ ਗੁਰੂ ਦੀ ਕਿਰਪਾ ਰਾਹੀਂ, ਗੁਰਸ਼ਬਦ ਦੇ ਗਿਆਨ ਰਾਹੀਂ ਪ੍ਰਕਾਸ਼ ਹੋ ਜਾਂਦਾ ਹੈ। ਗੁਰਬਾਣੀ ਇਸ ਜੱਗ ਮੇ ਚਾਨਣ, ਕਰਮ ਬਸੇ ਮਨ ਆਏ। ਕਿਰਪਾ ਨਾਲ ਬਸਦੀ ਹੈ ਭਾਈ, ਸੁਣ ਬੜਭਾਗੀਆ ਹਰ ਅੰਮ੍ਰਿਤ ਬਾਣੀ ਰਾ। ਇਹ ਆਪਾਂ ਸੁਣਨੀ ਹੈ, ਵਿਚਾਰਨੀ ਹੈ, ਇਹ 'ਚੋਂ ਪ੍ਰਕਾਸ਼ ਸਰੂਪ ਚਾਨਣ ਪੈਦਾ ਹੁੰਦਾ ਹੈ, ਜਿਹਦੇ ਨਾਲ ਸਾਡਾ ਹਨੇਰਾ ਭਾਵ ਭਰਮ ਚਲਿਆ ਜਾਂਦਾ ਹੈ। ਸਿਮਰਨ ਤੋਂ ਭਾਵ ਸੋਝੀ ਵੱਧਦੀ ਚਲੀ ਜਾਂਦੀ ਹੈ। ਪ੍ਰਭ ਕੇ ਸਿਮਰਨ ਕਾਲ ਪਰ ਹਰੇ, ਪ੍ਰਭ ਕੇ ਸਿਮਰਨ ਦੁਸ਼ਮਨ ਟਰੇ। ਕਾਲ ਤੋਂ ਭਾਵ ਸੰਸਾਰ ਤੋਂ ਮੁਕਤ ਹੋ ਜਾਂਦਾ ਹੈ ਜੀਵ। ਬਾਣੀ ਸਭ ਤੋਂ ਪਹਿਲਾਂ ਇਹਦਾ ਮੌਤ ਦਾ ਭਾਵ ਸੰਕਟ ਦਾ, ਜੰਮਣ ਮਰਨ ਦਾ। ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੇ। ਇਹੀ ਤਾਂ ਕਿਰਪਾ ਲੈਣੀ ਆ ਭਾਈ, ਉਹੀ ਤਾਂ ਸਿਮਰਨ ਹੈ, ਇਹੀ ਤਾਂ ਆਪਾਂ ਪ੍ਰਾਪਤੀ ਕਰਨੀ ਹੈ। ਕਾਲ ਤੋਂ ਮੁਕਤ ਹੋਣਾ, ਸਮੇਂ ਦੇ ਅਸਰ ਤੋਂ ਪਰੇ ਜਾਣਾ, ਦੇਵਲੋਕ ਪਹੁੰਚਣਾ ਆਪਦੇ ਘਰੇ। ਉਹੀ ਸਤਿਗੁਰ ਸਮਝਾਉਂਦੇ ਨੇ, ਪ੍ਰਭ ਕੇ ਸਿਮਰਨ ਕਾਲ ਪਰ ਹਰੇ, ਪ੍ਰਭ ਕੇ ਸਿਮਰਨ ਦੁਸ਼ਮਨ ਟਰੇ। ਬੁਰਾਈਆਂ ਇਹਦੇ ਅੰਦਰੋਂ ਚੱਲੀਆਂ ਜਾਂਦੀਆਂ, ਕਾਲ ਮੁਕਤ ਹੋ ਜਾਂਦਾ ਹੈ, ਆਪਦੇ ਘਰ ਪਹੁੰਚ ਜਾਂਦਾ ਹੈ। ਪ੍ਰਭ ਸਿਮਰਤ ਕਸ ਵਿਘਨ ਨ ਲਾਗੇ, ਪ੍ਰਭ ਕੇ ਸਿਮਰਨ ਆਂਦਨ ਜਾਗੇ। ਸਤਿਗੁਰ ਸਮਝਾਉਂਦੇ ਆ ਭਾਈ, ਵਿਘਨ ਤੋਂ ਭਾਵ ਜੋ ਸੰਸਾਰੀ ਸਾਡੇ ਕਾਜ, ਸੰਸਾਰੀ ਕੰਮਕਾਰ ਵੀ, ਉਹਨਾਂ 'ਚ ਜਿਹੜੀ ਰੁਕਾਵਟਾਂ ਆਉਂਦੀਆਂ ਉਹ ਵੀ ਚਲੀਆਂ ਜਾਂਦੀਆਂ ਨੇ। ਜੀਵ ਆਤਮਾ ਪ੍ਰਾਤਮਾ ਦਾ ਦਰਸ਼ਨ ਕਰ ਲੈਂਦੀ ਹੈ, ਉਹ 'ਚ ਲੈ ਹੋ ਜਾਂਦੀ ਹੈ। ਇਹ ਸੰਸਾਰ 'ਚ ਹੀ ਰਹਿ ਜਾਂਦੀਆਂ ਨੇ। ਇਹ ਮ੍ਰਿਤ ਲੋਕ ਹੈ। ਦੁੱਖ ਪਰ ਹਰ ਸੁੱਖ ਕਰ ਲੈ ਜਾਏ, ਬਾਣੀ ਸਾਨੂੰ ਦੁੱਖ ਸਾਗਰ 'ਚੋਂ ਕੱਢ ਕੇ ਸੁੱਖ ਸਾਗਰ ਲੈ ਜਾਂਦੀ ਹੈ। ਵਿਘਨ ਬਨਾਸਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦ੍ਰਿੜਾਇਆ। ਕੋਈ ਵਿਘਨ ਨਹੀਂ ਲੱਗਦਾ ਭਾਈ, ਮੰਨੇ ਮਾਰਗ ਠਾਕ ਨਾ ਪਾਏ। ਜੀ ਮੰਨ ਲੈਂਦਾ, ਸੁਣ ਵਿਚਾਰ ਕੇ ਇਹਨੂੰ, ਮੰਨੇ ਭਾਵ ਦੂਈ ਅਵਸਥਾ 'ਚ ਪਹੁੰਚ ਜਾਂਦਾ ਵਾ, ਸੰਸਾਰ 'ਚੋਂ ਬਹੁਤ ਦੂਰ ਚਲਿਆ ਜਾਂਦਾ ਸੁਆਹ ਕਰਕੇ। ਪ੍ਰਭ ਕੇ ਸਿਮਰਨ ਆਂਦਨ ਜਾਗੇ, ਦਿਨ ਰਾਤ ਆਤਮਾ ਜਾਗ ਜਾਂਦੀ ਹੈ। ਗੁਰ ਸ਼ਬਦ ਕਰਨੀ ਇਹ ਧਿਆਨ ਰਹਿੰਦਾ ਹੈ, ਬਾਣੀ ਨੂੰ ਵਿਚਾਰਦੇ ਰਹਿੰਦੇ ਨੇ। ਗੁਰਸਿੱਖ, ਉਪਾਸਕ, ਜਗਿਆਸੂ ਜਿਹੜੇ ਰਾਹ 'ਤੇ ਚੱਲਣਗੇ, ਉਹਨਾਂ ਨੂੰ ਪ੍ਰਾਪਤੀ ਹੋਊਗੀ। ਇਹ ਨਹੀਂ ਹੋ ਸਕਦਾ ਪ੍ਰਾਪਤੀ ਨਾ ਹੋਵੇ। ਹਰ ਕਾ ਨਾਮ ਜਪਤ ਨਿਸਤਰੇ, ਨਾਮ ਨੂੰ ਸਮਝਦੇ ਸਮਝਦੇ ਤਰ ਜਾਂਦੇ ਨੇ। ਨਿਸ ਤੋਂ ਭਾਵ ਰਾਤ, ਜੀਵਨ ਰਾਤ 'ਚੋਂ ਛੁਟਕਾਰਾ ਹੋ ਜਾਂਦਾ ਸਾਡਾ, ਦੁੱਖਾਂ ਤੋਂ ਛੁਟਕਾਰਾ ਹੋ ਜਾਂਦਾ ਹੈ। ਪ੍ਰਭ ਕੇ ਸਿਮਰਨ ਭਉ ਨਾ ਵਿਆਪੇ, ਪ੍ਰਭ ਕੇ ਸਿਮਰਨ ਦੁੱਖ ਨਾ ਸੰਤਾਪੇ। ਭਉ ਹੁੰਦਾ ਹੈ ਭੈ, ਸਾਡੇ ਅੰਦਰ ਚਿੰਤਾ ਰਹਿੰਦੀਆਂ ਨੇ, ਸੰਸਾਰੀ ਕੰਮਕਾਰ ਕਰਕੇ, ਜੰਮਣ ਮਰਨ ਕਰਕੇ ਭੈ ਬਣਿਆ ਰਹਿੰਦਾ ਵਾ। ਪਰ ਜਿਵੇਂ ਜਿਵੇਂ ਸੋਝੀ ਵੱਧਦੀ ਚਲੀ ਜਾਂਦੀ ਹੈ, ਭੈ ਖਤਮ ਹੋ ਜਾਂਦਾ। ਸਾਨੂੰ ਇਹ ਪਹਿਲਾ ਗੁਣ
ਪ੍ਰਾਪਤ ਹੁੰਦਾ ਹੈ, ਉਹਦੀ ਕਿਰਪਾ ਰਹਿਮਤ ਹੁੰਦੀ ਹੈ ਦਾਤੇ ਦੀ। ਗਿਆਨ ਨਾਲ ਇਹਦੇ ਅੰਦਰੋਂ ਭੈ ਚਲਿਆ ਜਾਂਦਾ ਹੈ। ਨਿਰਭਉ ਜਪੇ ਸਗਲ ਭਉ ਮਿਟੇ। ਉਹ ਨਿਰਭਉ ਸ਼ਕਤੀ ਨੂੰ ਜਪਦਾ ਜਪਦਾ ਆਪਦੇ ਮੂਲ ਨੂੰ, ਇਹਦੇ ਅੰਦਰ ਭੈ ਖਤਮ ਹੋ ਜਾਂਦੇ ਨੇ। ਉਹੀ ਸਤਿਗੁਰ ਸਮਝਾਉਂਦੇ ਨੇ, ਪ੍ਰਭ ਕੇ ਸਿਮਰਨ ਭਉ ਨਾ ਵਿਆਪੇ, ਪ੍ਰਭ ਕੇ ਸਿਮਰਨ ਦੁੱਖ ਨਾ ਸੰਤਾਪੇ। ਦੁੱਖ ਜਿਹੜੇ ਸਾਨੂੰ ਵਿਕਾਰ ਦਿੰਦੇ, ਇਹਨਾਂ ਤੋਂ ਛੁਟਕਾਰਾ ਹੋ ਜਾਂਦਾ ਹੈ। ਇਹੀ ਤਾਂ ਤਿਆਗ ਸੀ ਭਾਈ, ਇਹੀ ਤਾਂ ਭਗਤੀ ਹੈ। ਇਹੀ ਦੁੱਖ ਦਿੰਦੇ ਸੀਗੇ। ਪ੍ਰਭ ਕਾ ਸਿਮਰਨ ਸਾਧ ਕੇ ਸੰਗ ਸਰਬ ਨਿਧਾਨ ਨਾਨਕ ਹਰ ਰੰਗ। ਪਰ ਪ੍ਰਭ ਕਾ ਸਿਮਰਨ ਕੀ ਹੈ? ਸੋਝੀ ਸਾਧ ਕੇ ਸੰਗ, ਸਾਧ ਸੰਗਤ ਕੀ ਹੈ? ਗੁਰ ਸ਼ਬਦ ਦੀ ਸੰਗਤ ਕਰਨੀ ਹੈ। ਇਹ ਭਗਤ ਜਨਾਂ ਦੀ, ਸਾਧ ਜਨਾਂ ਦੀ ਬਾਣੀ ਹੈ ਭਾਈ, ਇਹਦੀ ਸੰਗਤ ਕਰਨੀ ਹੈ। ਇੱਥੋਂ ਆਪਾਂ ਨੂੰ ਇਹ ਸਿਮਰਨ ਸੋਝੀ ਪ੍ਰਾਪਤ ਹੋਣੀ ਹੈ। ਸਰਬ ਨਿਧਾਨ ਨਾਨਕ ਹਰ ਰੰਗ। ਸਾਰੀ ਖੁਸ਼ੀਆਂ ਦਾ ਖਜ਼ਾਨਾ ਨਾਮ ਨਾਲ ਆਤਮਾ ਜੁੜ ਜਾਂਦੀ ਹੈ। ਉਹ ਹਰ ਦੇ ਰੰਗ 'ਚ ਰੰਗੀ ਰਹਿੰਦੀ ਹੈ, ਫਿਰ ਹਰ ਦੇ ਗੁਣ ਗਾਉਂਦੀ ਹੈ। ਉੱਥੇ ਪਹੁੰਚਣਾ ਆਪਾਂ, ਜਿਹਨੂੰ ਬਾਣੀ ਵਿੱਚ ਦੇਵ ਲੋਕ ਕਰਕੇ ਆਖਿਆ ਵਾ। ਅੱਗੇ ਸਤਿਗੁਰ ਸਮਝਾਉਂਦੇ ਆ, ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿਧ। ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ। ਰਿੱਧ ਤੋਂ ਭਾਵ ਸਿਮਰਨ ਸੋਝੀ ਜਿਵੇਂ ਹੋਈ ਜਾਂਦੀ ਹੈ, ਰਿੱਧ ਮਾਇਆ ਦਾ ਗਿਆਨ ਹੋ ਜਾਂਦਾ ਹੈ, ਮਾਇਆ ਦੇ ਪਤੀ ਦਾ ਗਿਆਨ ਹੋ ਜਾਂਦਾ, ਜਿਹਨੇ ਮਾਇਆ ਬਣਾਈ ਹੈ। ਆਵਣ ਜਾਵਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਇਹ ਮਾਇਆ ਉਹਦੀ ਆਗਿਆ 'ਚ ਹੈ ਭਾਈ, ਉਹਦਾ ਗਿਆਨ ਹੋ ਜਾਂਦਾ। ਪਹਿਲਾਂ ਸਾਨੂੰ ਰਿੱਧ ਦਾ, ਸੰਸਾਰ ਕੁਛ ਵੀ ਕਹੇ ਰਿੱਧੀਆਂ ਸਿੱਧੀਆਂ ਉਹ ਆਪਾਂ ਕਰਦੇ ਹੀ ਆਏ, ਉਹ ਅਗਿਆਨਤਾ ਹੀ ਹੈ, ਕੁਛ ਨਹੀਂ ਹੈਗਾ। ਇੱਕ ਦੂਏ ਨੂੰ ਠੱਗਣਾ, ਇਹੀ ਤਾਂ ਪਾਪ ਹੈ ਭਾਈ। ਰੋਟੀ ਖਾਤਰ, ਰੋਟੀਆਂ ਕਾਰਨ ਪੂਰੇ ਤਾਲ, ਆਪ ਪਛਾੜੇ ਧਰਤੀ ਨਾਲ। ਆਪਦਾ ਜੀਵਨ ਵੀ ਖਰਾਬ ਕਰ ਲੈਂਦੇ ਨੇ, ਦੂਹਿਆਂ ਦਾ ਵੀ ਖਰਾਬ ਕਰ। ਇਹ ਨਹੀਂ ਭਾਈ ਆਪਾਂ ਕਰਨਾ। ਹੁਣ ਆਪਾਂ ਗੁਰ ਸ਼ਬਦ ਦਾ ਗਿਆਨ ਲੈਣਾ, ਆਪਾਂ ਸੰਸਾਰ 'ਚੋਂ ਪਾਰ ਨਿਕਲਣਾ ਹੈ। ਪਾਰ ਉਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ। ਉਹਦੀ ਕਿਰਪਾ ਰਹਿਮਤ ਲੈਣੀ ਹੈ ਦਾਤੇ ਦੀ ਆਪਾਂ। ਉਹ ਸਤਿਗੁਰਾਂ ਨੇ ਸਮਝਾਇਆ, ਪ੍ਰਭ ਕੇ ਸਿਮਰਨ ਰਿੱਧ ਸਿੱਧ ਸਿੱਧੋ ਭਾਵ। ਨਾਮ ਦੀ ਪ੍ਰਾਪਤ ਸਿੱਧੀ ਪ੍ਰਾਪਤ ਹੋ ਜਾਂਦੀ ਹੈ। ਆਤਮਾ ਆਪਦੇ ਮੂਲ ਪ੍ਰਾਤਮਾ ਦਾ ਦਰਸ਼ਨ ਕਰ ਲੈਂਦੀ ਹੈ, ਹਰ ਦਾ। ਉਹੀ ਤਾਂ ਅੰਦਰ ਆਪਣੇ ਹਰ ਮਨ ਦੇ ਅੰਦਰ ਨੌ ਨਿਧ, ਨੌ ਨਿਧ ਤੋਂ ਭਾਵ ਹੁਕਮ ਖਜ਼ਾਨਾ, ਨਾਮ ਸੱਚਖੰਡ ਨਾਲ ਉਹ ਆਤਮਾ ਜੁੜ ਜਾਂਦੀ ਹੈ, ਜਿੱਥੋਂ ਸਾਰਾ ਕੁਛ ਹੀ ਪ੍ਰਾਪਤ ਹੁੰਦਾ, ਜਿਹਦੀ ਕਿਰਪਾ ਨੇ ਸ੍ਰਿਸ਼ਟੀ ਸਾਜੀ ਜਾਂਦੀ ਹੈ। ਹੁਕਮ ਨਾਮ, ਉੱਥੇ ਤੱਕ ਪਹੁੰਚਣਾ ਆਪਾਂ। ਨਾਮੇ ਉਤਪਤ ਨਾਮੇ ਹੀ ਪਰਲੋ। ਨਾਮ ਨਾਲ ਸ੍ਰਿਸ਼ਟੀ ਪੈਦਾ ਹੁੰਦੀ ਹੈ, ਹੁਕਮ ਨਾਲ ਨਾਮ ਨਹੀਂ ਸਮਾਪਤ ਹੁੰਦੀ ਹੈ। ਨਾਮ ਦਾ ਦਰਸ਼ਨ ਕਰਨਾ, ਆਪੋ ਆਪਣਾ ਤੀਆ ਪਦਾਰਥ ਅੱਗੇ ਵਿਚਾਰਾਂਗੇ ਉਹਨੂੰ। ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ। ਇਹ ਸਿਮਰਨ ਸੋਝੀ ਨਾ, ਫਿਰ ਉਹ ਗਿਆਨ ਪ੍ਰਾਪਤ ਹੁੰਦਾ ਹੈ, ਉਹੀ ਧਿਆਨ ਬਣ ਜਾਂਦਾ। ਇਹ ਆਪਾਂ ਧਿਆਨ ਦੀ ਦੁਨੀਆ ਚਲੇ ਜਾਂਦੇ ਹਾਂ। ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ। ਕੀਤੀ ਛੁੱਟੀ ਨਾਲ ਆਪਾਂ ਧਿਆਨ ਦੀ ਦੁਨੀਆ ਚਲੇ ਜਾਂਦੇ, ਆਪਾਂ ਨੂੰ ਪਤਾ ਹੀ ਨਹੀਂ ਲੱਗਦਾ। ਉਹੀ ਸਤਿਗੁਰਾਂ ਨੇ ਸਮਝਾਇਆ, ਸਿਮਰਨ ਐਸਾ ਸੋਝੀ ਹੈ ਭਾਈ। ਗਿਆਨ ਧਿਆਨ ਤਤ ਬੁੱਧ, ਉਹ 'ਚੋਂ ਜਿਹੜੀ ਤਤ ਬੁੱਧ ਹੈ ਉਹ ਆਤਮਾ ਦੀ ਖੁਰਾਕ ਹੈ। ਸੰਸਾਰੀ ਭੰਡਾਰੇ ਆਪਾਂ ਕਰਦੇ ਹਾਂ, ਲੰਗਰ ਵੀ ਲਾਉਂਦੇ ਹਾਂ, ਧਾਰਮਿਕ ਜਗ੍ਹਾ 'ਤੇ ਸੇਵਾ ਵੀ ਕਰਦੇ ਹਾਂ। ਉਹ ਪਰ ਭਾਈ ਸਾਰੇ ਜਿੰਨੇ ਧਰਮ ਕਰਮ ਨੇ ਸਰੀਰ ਕਰਕੇ ਨੇ। ਧਰਮ ਕਰਮ ਪਖੰਡ ਜੋ ਦਿਸੇ ਜੰਮ ਜਗਾਤੀ ਲੁੱਟੇ, ਜੰਮ ਇੱਥੇ ਰਖਾ ਲੈਂਦੇ ਨੇ। ਸਾਰਾ ਕੁਛ ਸਰੀਰ ਦੇ ਨਾਲ ਹੀ ਸਮਾਪਤ ਹੋ ਜਾਂਦਾ ਭਾਈ। ਨਹੀਂ ਭਾਈ, ਆਪਾਂ ਇਹ ਪ੍ਰਾਪਤੀ ਕਰਨੀ ਹੈ। ਤੱਤ ਹੁੰਦਾ ਹੈ ਜਿਵੇਂ ਦੁੱਧ ਆਪਾਂ ਜਾਗ ਲਾਉਂਦੇ ਹਾਂ, ਦੁੱਧ ਆਪਦਾ ਰੂਪ ਛੱਡ ਜਾਂਦਾ ਹੈ। ਫਿਰ ਕੀ ਹੋ ਗਿਆ? ਉਹਦਾ ਰੂਪ ਬਦਲ ਗਿਆ, ਦਹੀਂ ਬਣ ਗਿਆ। ਦਹੀਂ ਨੂੰ ਫਿਰ ਰਿੜਕਿਆ, ਉਹ 'ਚੋਂ ਮੱਖਣ ਨਿਕਲਿਆ। ਫਿਰ ਉਹਨੇ ਆਪਦਾ ਰੂਪ ਛੱਡਤਾ। ਫਿਰ ਮੱਖਣ ਨੂੰ ਅਗਨੀ 'ਚ ਹੀਟ ਦੇ ਕੇ ਉਹ 'ਚੋਂ ਜਿਹੜੀ ਖੋੜ ਸੀ, ਲੱਸੀ ਛਡਾਈ, ਸਾੜ ਦਿੱਤੀ ਜਾਂਦੀ ਹੈ। ਫਿਰ ਘਿਓ ਰਹਿ ਜਾਂਦਾ, ਉਹਨੂੰ ਤੱਤ ਕਿਹਾ ਗਿਆ। ਦੁੱਧ ਦੇ ਵਿੱਚ ਘਿਓ ਤਾਂ ਹੈ, ਪਰ ਆਪਾਂ ਨੂੰ ਦਿੰਦਾ ਨਹੀਂ ਹੈਗਾ। ਇਵੇਂ ਕੁਦਰਤ ਸਾਡੇ ਅੰਦਰ ਹੈ, ਪਰ ਅਸੀਂ ਬਾਹਰ ਮੁਖੀ ਹਾਂ, ਬਾਹਰ ਲੱਭਦੇ ਰਹਿੰਦੇ ਹਾਂ, ਸਾਕਸ਼ਾਤ ਬਾਹਰ ਦਰਸ਼ਨ ਭਾਲਦੇ ਹਾਂ। ਉਹੀ ਤਾਂ ਅਗਿਆਨਤਾ ਹੈ ਭਾਈ। ਸਤਿਗੁਰਾਂ ਨੇ ਸਮਝਾਇਆ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ। ਉਹ ਤਤ ਬੁੱਧ ਆਤਮਾ ਦੀ ਖੁਰਾਕ ਹੈ। ਨਾਮ ਤਤ ਸਭ ਹੀ ਸਿਰ ਜਾਪੈ, ਬਿਨ ਨਾਮੇ ਦੁੱਖ ਕਾਲ ਸੰਤਾਪੇ। ਨਾਮ ਤੋਂ ਬਿਨਾਂ ਸਾਨੂੰ ਕਾਲ ਦਾ ਦੁੱਖ, ਸੰਸਾਰੀ ਦੁੱਖ, ਸੰਕਟ ਝੱਲਣੇ ਪੈਂਦੇ ਨੇ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰਦੇ ਰਹੀਏ। ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ, ਆਪਾਂ ਵੀ ਇਹ ਤੱਤ ਗਿਆਨ ਪ੍ਰਾਪਤ ਕਰੀਏ ਜੋ ਆਤਮਾ ਦੀ ਖੁਰਾਕ ਹੈ। ਅਸੀਂ ਉਹ ਸਰੀਰ ਨਾਲ ਜੋੜਤੀ, ਮਨ ਦੀ ਖੁਰਾਕ ਸਰੀਰ ਨਾਲ ਜੋੜਤੀ, ਉੱਥੋਂ ਅਸੀਂ ਕੁਰਾਏ ਪੈ ਗਏ। ਨਹੀਂ ਭਾਈ, ਮਨ ਦੀ ਖੁਰਾਕ ਗਿਆਨ ਹੈ। ਗਿਆਨੀ ਕਾ ਭੋਜਨ ਗਿਆਨ। ਅੱਗੇ ਸਤਿਗੁਰ ਕੀ ਸਮਝਾਉਂਦੇ ਹੈ? ਪ੍ਰਭ ਕੇ ਸਿਮਰਨ ਜਪ ਤਪ ਪੂਜਾ, ਪ੍ਰਭ ਕੇ ਸਿਮਰਨ ਬਿਨਸੇ ਦੂਜਾ। ਪ੍ਰਭ ਦੇ ਸਿਮਰਨ ਭਾਵ ਸੋਝੀ ਹੋਣ ਤੋਂ ਬਾਅਦ ਜਪ ਹੁੰਦਾ ਸਮਝਣਾ ਭਾਈ। ਜਦੋਂ ਸਾਡਾ ਜਪ ਪੂਰਾ ਹੋ ਜਾਂਦਾ ਹੈ, ਸੁਣੀ ਵਾਲੀ ਅਵਸਥਾ ਸਾਡੀ ਪੂਰੀ ਹੋ ਜਾਂਦੀ ਹੈ, ਫਿਰ ਦੂਈ ਅਵਸਥਾ 'ਤੇ ਅਸੀਂ ਪਹੁੰਚ ਜਾਂਦੇ ਹਾਂ ਤਪ।
ਭਾਵ ਮਨ ਨੂੰ, ਬੁੱਧੀ ਮਨ ਨੂੰ ਘੂਰ ਕੇ ਰੱਖਦੀ ਹੈ, ਮਨ 'ਤੇ ਪਹਿਰਾ ਦਿੰਦੀ ਹੈ, ਉਹੀ ਤਪ ਹੈ। ਪਰ ਇੱਥੋਂ ਬੜੇ ਬੜੇ ਧਰਮਾਂ ਨੇ ਭੁਲੇਖੇ ਖਾਧੇ, ਹਟ ਜੋ ਕਰਦੇ ਰਹੇ ਵਿਚਾਰੇ, ਤਪ ਜੋ ਕਰਦੇ ਰਹੇ, ਘਰ ਬਾਰ ਛੱਡ ਕੇ ਚਲੇ ਗਏ। ਦੇਣਾ ਸੀ ਪਹਿਰਾ ਮਨ 'ਤੇ। ਹੁਣ ਵੀ ਬਹੁਤ ਧਰਮ ਕਹਿੰਦੇ ਨੇ ਰੱਬ ਦਾ ਧਿਆਨ ਰੱਖੋ, ਰੱਬ ਤਾਂ ਭਾਈ ਸਾਰਿਆਂ ਦਾ ਧਿਆਨ ਰੱਖਦਾ। ਨਾਨਕ ਜਨ ਤੋਂ ਪਾਏ ਕੇ ਸੰਭਾਲੇ ਸਭਨਾ। ਸੂਰਜ, ਚੰਦਰਮਾ, ਧਰਤੀ, ਜਿੰਨੇ ਪਲੈਨਟ ਦੇਖਦੇ ਸਾਰੇ ਤਾਂ ਉਹਦੇ ਹੁਕਮ ਚੱਲ ਰਹੇ ਨੇ, ਫਿਰ ਉਹ ਧਿਆਨ ਹੀ ਰੱਖ ਰਿਹਾ ਵਾ। ਅਸੀਂ ਇਹ ਧਿਆਨ ਰੱਖਣਾ ਵਾ, ਸਾਡਾ ਉਹਦੇ ਨਾਲੋਂ ਧਿਆਨ ਨਾ ਟੁੱਟੇ। ਉਹ ਫਿਰ ਗੁਰ ਸ਼ਬਦ ਹੈ, ਇਹਨੂੰ ਵਿਚਾਰਦੇ ਰਹਾਂਗੇ, ਅਸੀਂ ਜੁੜੇ ਰਹਾਂਗੇ। ਇਹ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਜਦੋਂ ਇਹ ਘੜੀ ਵੀ ਇੱਧਰੋਂ ਵਿਛੜਦਾ ਹੈ, ਮਨ ਬੁੱਧੀ ਵਿਸਰਦੇ ਨੇ, ਜਦ ਇਹ ਕਲਪਨਾ ਸ਼ੁਰੂ ਹੋ ਜਾਂਦੀ ਹੈ, ਫਿਰ ਕਲਯੁਗ 'ਚ ਆ ਜਾਂਦਾ ਹੈ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰਦੇ ਰਹੀਏ ਔਰ ਸਮਝੀਏ ਸਤਿਗੁਰ ਸਾਨੂੰ ਕੀ ਸਮਝਾਉਂਦੇ। ਹਰ ਇੱਕ ਪਦੇ 'ਚ ਤਬਦੀਲੀ ਦੱਸੀ ਗਈ ਆਪਾਂ ਨੂੰ। ਪ੍ਰਭ ਕੇ ਸਿਮਰਨ ਜਪ ਤਪ ਪੂਜਾ, ਪ੍ਰਭ ਕੇ ਸਿਮਰਨ ਬਿਨਸੇ ਦੂਜਾ। ਦੂਜਾ ਬਿਨਸ ਜਾਂਦਾ ਹੈ ਸੰਸਾਰ, ਆਤਮਾ ਦੇ ਜਿਹੜੇ ਮਾਇਆ ਦੇ ਰਿਸ਼ਤੇ ਪੈ ਜਾਂਦੇ ਆ, ਇਹ ਤੋਂ ਇਹਦਾ ਛੁਟਕਾਰਾ ਹੋ ਜਾਂਦਾ ਹੈ। ਉਹੀ ਤਾਂ ਛੁਟਕਾਉਣ ਆਇਆ ਸੀ, ਉਹੀ ਤਾਂ ਆਪਾਂ ਦੁੱਖਾਂ ਦਾ ਨਿਵਾਰਨ ਕਰਨ ਆਏ ਸੀ। ਹੂੰ ਆਇਆ ਦੂਰੋਂ ਚੱਲ ਕੇ, ਤੱਕੀ ਤੋਂ ਸ਼ਰਨ ਆਏ ਜੀਓ, ਮੈਂ ਆਸਾ ਰੱਖੀ ਚਿੱਤ ਮੇ ਮੇਰਾ ਸਭੋ ਦੁੱਖ ਗਵਾਏ ਜੀਓ। ਉਹੀ ਤਾਂ ਆਪਾਂ ਛੁਟਕਾਰਾ ਪਾਉਣਾ ਸੀਗਾ, ਉਹਦੀ ਖਾਤਰ ਤਾਂ ਇਹ ਸਰੀਰ ਮਿਲਿਆ ਸੀ ਆਪਾਂ ਨੂੰ। ਮਨੁੱਖਾ ਦੇ ਜੈ ਪ੍ਰਸਾਦ ਪਾਈ ਦੁਰਲੱਭ ਦੇ, ਨਾਨਕ ਤਾਂ ਕੀ ਭਗਤ ਕਰੇ। ਇਹ ਭਗਤੀ ਕਰਨੀ ਸੀਗੀ, ਉਹਦੀ ਕਿਰਪਾ ਨਾਲ ਮਨੁੱਖਾ ਦੇ ਹੀ ਮਿਲੀ ਸੀ। ਇਹ ਆਪਦੀ ਭਗਤੀ ਕਰਾਉਣ ਲੱਗ ਗਏ। ਆਪਸ ਕੋ ਜੋ ਭਲਾ ਕਹਾਵੇ, ਤਿਸੇ ਭਲਾਈ ਨਿਕਟ ਨਾ ਆਵੇ। ਸਤਿਗੁਰ ਸਮਝਾਉਂਦੇ ਆ, ਆਪ ਦਾ ਜੀਵਨ ਨਹੀਂ ਉਹਨੇ ਸੰਵਾਰਿਆ, ਕਿਸੇ ਦਾ ਭਲਾ ਕਿਵੇਂ ਕਰ ਸਕਦਾ ਹੈ। ਸਤਿਗੁਰਾਂ ਦੇ ਵਚਨ ਅੱਗੇ ਆ ਜਾਣੇ ਆਪਾਂ ਨੂੰ। ਪ੍ਰਭ ਕੇ ਸਿਮਰਨ ਤੀਰਥ ਸਨਾਨੀ, ਪ੍ਰਭ ਕੇ ਸਿਮਰਨ ਦਰਗੇ ਮਾਨੀ। ਤੀਰਥ ਤੋਂ ਭਾਵ ਤੀਰਥ ਆਤਮਾ ਦਾ ਤੀਰਥ ਕੀ ਹੈ, ਉਹਦਾ ਆਪਾਂ ਨੂੰ ਗਿਆਨ ਹੀ ਨਹੀਂ ਹੈਗਾ। ਤੀਰਥ ਨਾਵਣ ਜਾਈਏ, ਤੀਰਥ ਨਾਮ ਹੈ, ਉਹੀ ਤਾਂ ਨਾਮ ਹੈ। ਆਤਮਾ ਨੇ ਹੁਕਮ ਦਾ ਦਰਸ਼ਨ ਕਰਨਾ ਹੈ। ਹਰ ਬਿਸਰਤ ਸਦਾ ਖੁਆਰੀ, ਆਤਮਾ ਆਪਦੇ ਮੂਲ ਹਰ ਤੋਂ ਬਿਸਰੀ ਹੋਈ ਹੈ। ਹਰ ਬਿਸਰਤ ਤੇਰੇ ਗੁਣ ਗਲਿਆ। ਇਹਦੇ ਗੁਣ ਜਿਹੜੇ ਹੈਗੇ ਆ, ਭੈ, ਨਿਰਭਉ, ਨਿਰਵੈ, ਕਾਰ ਮੂਰਤ, ਅਜੂਨੀ, ਇਹ ਚਾਰੇ ਗੁਣ ਖੋ ਚੁੱਕੀ ਹੈ। ਹੁਣ ਇਹ ਗੁਣਾਂ ਦੀ ਪ੍ਰਾਪਤੀ ਹੋਣੀ ਹੈ। ਆਪਦੇ ਆਪ ਨੂੰ ਸਰੀਰ ਕਰਕੇ ਪੂਰਨ ਮੰਨੀ ਬੈਠਾ ਹੈ, ਕਹਿੰਦਾ ਮੈਂ ਭਗਤ ਹਾਂ। ਨਹੀਂ ਭਾਈ, ਬਿਨ ਗੁਣ ਕੀਤੇ ਭਗਤ ਨਾ ਹੋਵੇ। ਸਤਿਗੁਰ ਸਮਝਾਉਂਦੇ ਆ ਜਪਜੀ ਸਾਹਿਬ 'ਚ, ਗੁਣ ਸਾਡੇ 'ਚ ਕੋਈ ਨਹੀਂ, ਭਗਤ ਅਸੀਂ ਫਿਰ ਵੀ ਬਣ ਜਾਂਦੇ ਹਾਂ। ਨਹੀਂ, ਐਸੀ ਗਲਤੀ ਨਹੀਂ ਕਰਨੀ, ਪਰ ਕਾਲ ਨਹੀਂ ਛੱਡਦਾ। ਸੰਸਾਰ 'ਚ ਅਸੀਂ ਕਿੱਡੇ ਰੁਤਬੇ ਪ੍ਰਾਪਤ ਕਰ ਲਈਏ। ਜੇ ਜੁਗ ਚਾਰਿਆਰ ਜਾਂ ਹੋਂ ਦਸੂਣੀ ਹੋਏ, ਨਵਖੰਡਾਂ ਵਿੱਚ ਜਾਣੀਏ ਨਾਲ ਚਲੇ ਸਭ ਕੋਈ। ਚੰਗਾ ਨਾਮ ਰਖਾਏ ਕੇ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵੀ ਤਾਂ ਬਾਤ ਨਾ ਪੁੱਛੇ। ਕਿ ਇਹ ਨਦਰ ਨਾਮ ਦੀ ਪ੍ਰਾਪਤੀ ਨਾ ਹੋਈ ਤਾਂ ਕਾਲ ਨੇ ਨੂੰ ਫਿਰ ਲੈ ਜਾਣਾ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰਦੇ ਰਹੀਏ। ਇਹ ਆਤਮਾ ਦਾ ਤੀਰਥ ਹੈ, ਜਿਹੜੇ ਸਰੀਰ ਕਰਕੇ ਕਰਦੇ ਹਾਂ ਅਸੀਂ ਬਾਹਰ, ਉਹ ਬਾਹਰਲਾ ਪੜਾਅ ਆ। ਉਹ ਧਰਮ ਕਰਮ ਜਿਹੜੇ ਆ ਸਰੀਰ ਕਰਕੇ ਨੇ, ਇਹ ਆਤਮ ਕਰਮ ਹੈ। ਇੱਥੋਂ ਆਪਣਾ ਆਤਮਾ ਦਾ ਸਫ਼ਰ ਸ਼ੁਰੂ ਹੋਣਾ। ਜੇ ਆਪਾਂ ਗੁਰ ਸ਼ਬਦ ਨਾਲ ਜੁੜੇ ਰਹਾਂਗੇ ਫਿਰ ਹੀ ਸ਼ੁਰੂ ਹੋਊ ਭਾਈ। ਪ੍ਰਭ ਕੇ ਸਿਮਰਨ ਦਰ ਕੇ ਮਾਨੀ, ਜਿਹੜੇ ਸਿਮਰਨ ਭਾਵ ਸੋਝੀ ਪ੍ਰਾਪਤ ਕਰ ਲੈਂਦੇ ਨੇ ਗੁਰ ਸ਼ਬਦ 'ਚੋਂ ਗਿਆਨ ਦੀ, ਜਿਨ੍ਹਾਂ ਨੂੰ ਪ੍ਰਾਪਤੀ ਹੋ ਜਾਂਦੀ ਹੈ। ਗਿਆਨ ਕਾ ਵੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਗੁਰ ਸ਼ਬਦ ਤੋਂ ਬਿਨਾਂ ਭਾਈ ਗਿਆਨ ਨਹੀਂ ਹੁੰਦਾ, ਗਿਆਨ ਤੋਂ ਬਿਨਾਂ ਮਨ ਨਹੀਂ ਟਿਕਦਾ। ਜਿਹਨਾਂ ਦਾ ਮਨ ਟਿਕ ਜਾਂਦਾ ਹੈ, ਉਹ ਦਰਗਾਹ ਦੇ ਵਿੱਚ ਪਹੁੰਚ ਜਾਂਦੇ ਆ। ਦਰਗਾਹ ਭਾਵ ਉਹਦੇ ਦਰ 'ਤੇ ਪਹੁੰਚ ਜਾਂਦੇ, ਉਹਨੂੰ ਦੇਵਲੋਕ ਕਿਹਾ ਵਾ। ਉਹੀ ਹਰਿਦੁਆਰ ਹੈ। ਉੱਥੋਂ ਫਿਰ ਸੱਚਖੰਡ ਦਾ ਜਿਹੜਾ ਹੈਗਾ, ਉਹ ਹੁਕਮ ਦਾ ਦਰਸ਼ਨ ਹੁੰਦਾ ਆਪਾਂ ਨੂੰ। ਪਿੱਛੇ ਵੀ ਆਪਾਂ ਵਿਚਾਰਿਆ ਸੀ, ਪ੍ਰਭ ਕੇ ਸਿਮਰਨ ਅਨਹਦ ਚੁਨਕਾਰ। ਉਹ ਅਨਹਦ ਸ਼ਬਦ ਦੀ ਪ੍ਰਾਪਤੀ ਹੁੰਦੀ ਆ, ਉਹ ਤੁਰਕੀ ਬਾਣੀ ਦੀ ਪ੍ਰਾਪਤੀ ਹੁੰਦੀ। ਉਹੀ ਤਾਂ ਨਾਮ ਹੈ ਭਾਈ। ਉਹਦੇ ਨਾਲ ਤਾਂ ਮਨ ਨੇ ਜਿਉਂਦਾ ਹੋਣਾ ਵਾ। ਸ਼ਬਦ ਮਰੈ ਮਰੈ ਫੁਨ ਜੀਵੇ, ਫਿਰ ਬੋਰ ਨਾ ਮਰਨਾ ਹੋਈ। ਗੁਰ ਸ਼ਬਦ ਦੇ ਗਿਆਨ ਨਾਲ ਸਾਡੀ ਇੱਛਾ ਦਾ ਤਿਆਗ ਹੋ ਜਾਂਦਾ ਹੈ। ਫਿਰ ਇਹ ਜੀਵ ਸੰਸਾਰ 'ਚੋਂ ਮੁਕਤ ਹੋ ਜਾਂਦਾ ਹੈ। ਫਿਰ ਨਾਮ ਨਾਲ ਇਹਦਾ ਜਨਮ ਹੋ ਜਾਂਦਾ। ਉਹੀ ਤਾਂ ਇਹਦਾ ਜਨਮ ਹੋਣਾ ਵਾ। ਚਾਰ ਪਦਾਰਥ ਜੇ ਕੋ ਮੰਗੇ, ਸਾਧ ਜਨਾ ਕੀ ਸੇਵਾ ਲਾਗੇ, ਅੱਗੇ ਆਪਾਂ ਨੂੰ ਆ ਜਾਣਾ ਭਾਈ। ਪਹਿਲਾ ਪਦਾਰਥ ਗਿਆਨ ਹੈ, ਦੂਜਾ ਮੁਕਤ ਸਾਨੂੰ ਨਾਲ ਹੀ ਮਿਲ ਜਾਂਦਾ, ਮਨ ਚੁੱਪ ਕਰ ਜਾਂਦਾ ਹੈ। ਫਿਰ ਨਾਮ ਦੀ ਖਾਤਰ ਬਹੁਤ ਟਾਈਮ ਲੱਗਦਾ ਸਾਨੂੰ, ਉੱਥੇ ਆਪਾਂ ਭਗਤੀ ਕਰਨੀ ਹੈ। ਉਹ ਧਿਆਨ ਦਾ ਵਿਸ਼ਾ ਹੈ। ਗਿਆਨ ਹੀ ਫਿਰ ਧਿਆਨ ਬਣ ਜਾਂਦਾ ਹੈ। ਉਹ ਦਰਗਾਹ ਜਗ੍ਹਾ ਮਿਲ ਜਾਂਦੀ ਹੈ ਭਾਈ। ਪ੍ਰਭ ਕੇ ਸਿਮਰਨ ਦਰਗੇ ਮਨ, ਫਿਰ ਸੰਤੋਖ ਤੋਂ ਬਾਅਦ, ਮੁਕਤੀ ਤੋਂ ਬਾਅਦ ਫਿਰ ਨਾਮ ਦੀ ਪ੍ਰਾਪਤੀ ਹੁੰਦੀ ਹੈ। ਜਦੋਂ ਹੁਕਮ ਦੇ ਵਿੱਚ ਆਪਾਂ ਲੈ ਹੁੰਦੇ ਹਾਂ, ਸੱਚਖੰਡ ਦੇ ਵਾਸੀ ਬਣਦੇ ਹਾਂ, ਉਹਨੂੰ ਜਨਮ ਕਿਹਾ ਬਾਣੀ ਵਿੱਚ। ਇਹ ਚਾਰ ਪਦਾਰਥਾਂ ਦੀ ਆਪਾਂ ਪ੍ਰਾਪਤੀ ਕਰਨੀ, ਆਪਦੀ ਮੱਤ ਨਾਲ ਨਹੀਂ ਹੋਣੀ ਭਾਈ। ਗੁਰ ਕੀ ਮਤੁ ਲਿਹੋ ਆਣੇ, ਭਗਤੀ ਬਿਨਾ ਵੈ ਡੂਬੇ ਸਿਆਣੇ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਪ੍ਰਭ ਕੇ ਸਿਮਰਨ ਹੋਏ ਸੋ ਭਲਾ, ਪ੍ਰਭ ਕੇ ਸਿਮਰਨ ਸੁਫਲ ਫਲਾ। ਸੰਸਾਰ ਤੇ ਆਉਣਾ ਉਹਨਾਂ ਦਾ ਸਫਲ ਹੋ ਜਾਂਦਾ ਹੈ ਭਾਈ, ਜਿਹੜੇ ਗੁਰੂ ਭਗਤਾਂ ਦਰਸਾਏ ਰਾਹ ਤੇ ਚੱਲਦੇ। ਸੇ ਸਿਮਰੇ ਜਿਨ ਆਪ ਸਿਮਰਾਏ, ਨਾਨਕ ਤਾਂ ਕੇ ਲਾਗੋ ਪਏ। ਸਤਿਗੁਰ ਸਮਝਾਉਂਦੇ ਨੇ ਭਾਈ,
ਕੌਣ ਸਿਮਰਦੇ ਨੇ, ਕੌਣ ਸੋਝੀ ਨੂੰ ਲੱਗਦੇ ਨੇ, ਜਿਨ੍ਹਾਂ 'ਤੇ ਕਿਰਪਾ ਦ੍ਰਿਸ਼ਟੀ ਹੋ ਜਾਂਦੀ ਹੈ। ਇਹੀ ਕਿਰਪਾ ਦ੍ਰਿਸ਼ਟੀ ਤਾਂ ਆਪਾਂ ਲੈਣ ਆਏ ਸੀ। ਹੂੰ ਆਇਆ ਦੂਰੋਂ ਚੱਲ ਕੇ ਤੱਕੀ ਤੋਂ ਸਰਨ ਆਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ। ਇਹ ਦਾਤਾ ਕਿਰਪਾ ਰਹਿਮਤ ਕਰਦੇ। ਭਗਤ ਕਬੀਰ ਜੀ ਵੀ ਸਮਝਾਉਂਦੇ, ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਭਵਜਲ ਫੇਰਾ। ਆਓ ਭਾਈ, ਇਹ ਭਵਜਲ ਚੋਂ ਖਹਿੜਾ ਛੜਾਈਏ, ਆਪਾਂ ਗੁਰੂ ਦੀ ਬਾਂਹ ਫੜੀਏ, ਗੁਰੂ ਦਾ ਪੱਲਾ ਫੜੀਏ। ਆਪਦੀ ਮਾਤਰਾ 'ਚ ਤਾਂ ਕੋਈ ਨਹੀਂ ਨਿਕਲਿਆ ਇੱਥੋਂ। ਬੜੇ ਬੜੇ ਜੋ ਦੇਖਦੇ ਹਾਂ ਆਪਾਂ, ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਕਾਲ ਛੱਡਦਾ ਨਹੀਂ ਭਾਈ, ਰਾਜਾ ਪਰਜਾ ਛਮ ਕਰ ਮਾਰੇ, ਐਸੋ ਕਾਲ ਬਡਾਨੀ ਰੇ, ਕਿਸੇ ਨੂੰ ਨਹੀਂ ਬਖਸ਼ਦਾ ਭਾਈ। ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੇ। ਐਸੇ ਗੁਰ ਤੋਂ ਬਲਿਹਾਰੀ ਜਾਣਾ ਭਾਈ, ਜਿਹਦੇ ਗੁਰ ਸ਼ਬਦ ਗਿਆਨ ਨਾਲ ਸਾਨੂੰ ਮੁਕਤੀ ਮਿਲ ਜਾਂਦੀ ਹੈ। ਸੰਸਾਰ ਤੋਂ ਸਾਡਾ ਮੋਹ ਦਾ ਜਾਲ ਕੱਟਿਆ ਜਾਂਦਾ ਹੈ। ਮਨ ਰੇ ਹਉਮੈ ਮੋਹ ਦੁਖ ਭਾਰੀ, ਇਹ ਭਵਜਲ ਜਗਤ ਨ ਜਾਈ ਤਰਨਾ, ਗੁਰਮੁਖ ਤਰ ਹਰ ਤਾਰੀ। ਆਪਦੀ ਮਤਨਾਂ 'ਚ ਤਾਂ ਕੋਈ ਨਹੀਂ ਤਰਿਆ, ਮੋਹ ਦਾ ਜਾਲ ਬੜਾ। ਆਪਦੀ ਮਤ ਨਾਲ ਆਪਾਂ ਨਹੀਂ ਕੱਟ ਸਕਦੇ। ਆਪਾਂ ਪਾ ਤਾਂ ਸਕਦੇ ਹਾਂ, ਕੱਟਣਾ ਗੁਰ ਕੀ ਮਤ ਨਾਲ। ਇਹੀ ਤਾਂ ਭਗਤੀ ਹੈ ਭਾਈ। ਇਹ ਹਰ ਕਥਾ ਹੈ ਬਾਣੀ ਸਭ ਤੇ ਉੱਤਮ, ਹਰ ਕੀ ਕਥਾ ਨਾਮ ਸੁਣਤ ਦਰ ਦੁਖ ਲੱਥਾ। ਉਹ ਸਤਿਗੁਰਾਂ ਨੇ ਸਮਝਾਇਆ, ਸੇ ਸਿਮਰੇ ਜੇ ਨਾਪ ਸਿਮਰਾਏ, ਨਾਨਕ ਤਾਂ ਕੇ ਲਾਗੋ ਪਾਏ। ਆਪਾਂ ਗੁਰ ਕੇ ਚਰਨ ਪਾਉਣ ਆਪਾਂ ਜੁੜੇ ਰਹਿਣਾ ਭਾਈ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੇ ਸਿਮਰਨ ਉਧਰੇ ਮੂਚਾ। ਬਹੁਤ ਗੁਰਸਿੱਖ ਜਗਿਆਸੂ ਉਪਾਸਕ ਜਿਹੜੇ ਮਾਰਗ 'ਤੇ ਚੱਲਣਗੇ, ਉਹ ਆਪਦੇ ਘਰ ਪਹੁੰਚ ਜਾਣਗੇ। ਬਹੁਤਿਆਂ ਦਾ ਆਧਾਰ ਹੋ ਗਿਆ। ਆਪਾਂ ਵੀ ਇਹ ਪ੍ਰਾਪਤੀ ਕਰਨੀ ਹੈ ਭਾਈ। ਉੱਚਾ ਸਿਮਰਨ ਹੈ, ਸਭ ਤੋਂ ਉੱਚੀ ਸੋਝੀ ਹੈ। ਜਾ ਕੇ ਮਨ ਬਸਿਆ ਨਿਰੰਕਾਰ, ਇਸ ਦੇ ਉੱਪਰ ਨਾਹੀਂ ਵਿਚਾਰੇ। ਤੋਂ ਪਰੇ ਤਾਂ ਵਿਚਾਰ ਹੀ ਨਹੀਂ ਕੋਈ। ਇਹੀ ਤਾਂ ਅਟਲ ਗੁਰ ਹੈ। ਇਹਦੇ ਉੱਪਰ ਤਾਂ ਹੈ ਹੀ ਕੁਛ ਨਹੀਂ, ਅੱਗੇ ਗਾਂ ਸੱਚਖੰਡ ਹੀ ਹੈ। ਸੰਸਾਰ 'ਚੋਂ ਸਾਡਾ ਛੁਟਕਾਰਾ ਹੋ ਜਾਂਦਾ ਹੈ। ਅੱਗੇ ਸਤਿਗੁਰ ਸਮਝਾਉਂਦੇ ਨੇ, ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੂਝੇ, ਪ੍ਰਭ ਕੇ ਸਿਮਰਨ ਸਭ ਕੇ ਸੂਝੇ। ਸਿਮਰਨ ਤੋਂ ਬਾਅਦ ਸਾਨੂੰ ਪਤਾ ਲੱਗਦਾ ਹੈ, ਇਹ ਤ੍ਰਿਸ਼ਨਾ ਰੂਪੀ ਸਾਨੂੰ ਸਾੜ ਦਿੰਦੀ ਹੈ। ਇਹ ਐਸੀ ਤ੍ਰਿਸ਼ਨਾ, ਦਾਵਾ ਅਗਨ ਬਹੁ ਕਰ ਜਾਲੇ, ਕੋ ਹਰਿਓ ਬੂਟ ਰਹੋਰੀ। ਸਤਿਗੁਰ ਸਮਝਾਉਂਦੇ ਨੇ, ਇਹ ਤ੍ਰਿਸ਼ਨਾ ਦੀ ਅਗਨੀ ਨੇ ਸਾਨੂੰ ਐਂ ਸਾੜ ਦੇਣਾ, ਪਤਾ ਵੀ ਨਹੀਂ ਲੱਗਣਾ। ਇਹੀ ਤਾਂ ਮਾਇਆ ਵਾ, ਇਹੀ ਤਾਂ ਕਲਪਨਾ, ਇਹੀ ਤਾਂ ਸਪਣੀ ਹੈ ਭਾਈ। ਇਹੀ ਤਾਂ ਕੁਲ ਖਣੀ ਹੈ। ਅਨੇਕਾਂ ਰੂਪ ਦੇ ਕੇ ਆਪਾਂ ਨੂੰ ਬਾਣੀ ਵਿੱਚ ਉਪਦੇਸ਼ ਦੇ ਕੇ ਸਤਿਗੁਰਾਂ ਨੇ ਸਮਝਾਇਆ, ਇਹਦੇ ਰੂਪਾਂ ਬਾਰੇ ਸਮਝਾਇਆ। ਲਾਖ ਹੇੜੀ ਇੱਕ ਜੀਓ ਕੰਤਕ ਬੱਚੇ ਕਾਲ। ਮਾਇਆ ਦੇ ਤਾਂ ਲੱਖਾਂ ਰੂਪ ਨੇ ਭਾਈ, ਕਿਵੇਂ ਬਚਾਂਗੇ? ਆਓ ਸਾਰੇ ਮਿਲ ਕੇ ਇਹਨੂੰ ਵਿਚਾਰਦੇ ਰਹੀਏ। ਇਹ ਤ੍ਰਿਸ਼ਨਾ ਤੋਂ ਖਹਿੜਾ ਛੁੱਟ ਜਾਂਦਾ ਸਿਮਰਨ ਵਾਲਿਆਂ ਦਾ। ਪ੍ਰਭ ਕੇ ਸਿਮਰਨ ਸਭ ਕੇ ਸੂਝੀ। ਫਿਰ ਇਹਨੂੰ ਸੋਝੀ ਹੁੰਦੀ ਹੈ, ਸੰਸਾਰ 'ਤੇ ਆਉਣ ਦਾ ਮੇਰਾ ਕੀ ਕਾਰਨ ਹੈ। ਫਿਰ ਅਸੀਂ ਨਾਮ ਦੀ ਪ੍ਰਾਪਤੀ ਕਰਦੇ ਹਾਂ। ਹੁਣ ਬੱਤੇ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ, ਕਿਸ ਕਾਰਨ ਤੁਮ ਜਾਗਾਏ ਭਾਈ। ਫਿਰ ਆਪਾਂ ਕੀ ਕਰਾਂਗੇ? ਕਾਹਦੀ ਖਾਤਰ ਮਨੁੱਖਾ ਦੇਹੀ ਮਿਲੀ ਸੀਗੀ? ਇਹ ਹੁਣ ਆਪਾਂ ਪ੍ਰਾਪਤੀ ਕਰਨੀ ਹੈ ਨਾਮ ਦੀ। ਪ੍ਰਭ ਕੇ ਸਿਮਰਨ ਨਾਹੀਂ ਜਮ ਤਰਾਸਾ, ਪ੍ਰਭ ਕੇ ਸਿਮਰਨ ਪੂਰ ਨਾਸਾ। ਜਮ ਛੱਡ ਦਿੰਦੇ ਨੇ ਭਾਈ। ਇਹੀ ਤਾਂ ਭਗਤੀ ਹੈ, ਇਹੀ ਤਾਂ ਰਹਿਮਤ ਹੋਣੀ ਆਪਣੇ 'ਤੇ। ਹਰ ਹਰ ਨਾਮ ਜਪੰਤਿਆਂ ਕਿਛ ਨ ਕਹੇ ਜਮਕਾਲ, ਨਾਨਕ ਮਨ ਤਨ ਸੁਖੀ ਹੋਏ, ਅੰਤੇ ਮਿਲੇ ਗੋਪਾਲ। ਗੋਪਾਲ ਦਾ ਦਰਸ਼ਨ ਵੀ ਹੋ ਜਾਂਦਾ, ਜਮ ਵੀ ਛੱਡ ਦਿੰਦੇ ਨੇ। ਵੀ ਸਤਿਗੁਰ ਸਮਝਾਉਂਦੇ ਨੇ, ਪ੍ਰਭ ਕੇ ਸਿਮਰਨ ਨਾਹੀਂ ਜਮ ਤਰਾਸਾ, ਪ੍ਰਭ ਕੇ ਸਿਮਰਨ ਪੂਰ ਨਾਸਾ। ਇੱਛਾ ਖਤਮ ਹੋ ਜਾਂਦੇ ਨੇ। ਆਤਮਾ ਪ੍ਰਾਤਮਾ ਦਾ ਹਰ ਦਾ ਦਰਸ਼ਨ ਕਰ ਲੈਂਦੀ। ਉਸ ਤੋਂ ਬਾਅਦ ਫਿਰ ਸਾਡੀ ਨਾਮ ਦੀ ਭਗਤੀ ਸ਼ੁਰੂ ਹੁੰਦੀ ਹੈ। ਫਿਰ ਸੱਚਖੰਡ ਦਾ ਵਾਸੀ ਬਣਦਾ। ਪਰ ਅਸੀਂ ਤਾਂ ਸਿੱਧਾ ਹੀ ਜਾਣਾ ਚਾਹੁੰਦੇ ਹਾਂ। ਅੱਗੇ ਸਤਿਗੁਰ ਸਮਝਾਉਂਦੇ ਨੇ, ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿੱਧ ਮਹਿ ਸਮਾਏ। ਮਨ ਕੀ ਮੈਲ ਕੀ ਹੈ? ਇੱਛਾ। ਅੱਖਾਂ ਦੇਖਦੀਆਂ ਇੱਛਾ ਪੈਦਾ ਕਰ ਲੈਂਦੀਆਂ ਨੇ, ਕੰਨ ਸੁਣਦੇ ਨੇ, ਜੀਵ ਸੁਭਾਅ 'ਚ ਲੱਗੀ ਹੋਈ ਹੈ। ਇਹ ਸਾਡੇ ਗਿਆਨ ਇੰਦਰੇ ਇੱਛਾ ਪੈਦਾ ਕਰਦੇ ਰਹਿੰਦੇ ਨੇ। ਇਹ ਮੈਲ ਵੱਧਦੀ ਚਲੀ ਜਾਂਦੀ ਹੈ। ਸਿਮਰਨ ਤੋਂ ਬਾਅਦ ਸੰਕੋਚ ਕਰਦੇ ਰਹੇ, ਸਮਝ ਆ ਜਾਂਦੀ ਹੈ ਵੀ ਇਹ ਜੀਵਨ ਕਿਵੇਂ ਬਿਤਾਉਣਾ। ਅਸੀਂ ਗੁਰੂ ਦੇ ਭਾਣੇ ਚੱਲਦੇ ਨੇ, ਉਹੀ ਤਾਂ ਗੁਰਸਿੱਖ ਨੇ ਭਾਈ। ਉਸ ਤੋਂ ਬਾਅਦ ਫਿਰ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ, ਇੱਛਾ ਚਲੀਆਂ ਜਾਂਦੀਆਂ ਨੇ, ਅੰਮ੍ਰਿਤ ਨਾਮ ਰਿੱਧ ਮੈਂ ਸਮਾਏ। ਉਹ ਨਾਮ ਗੁਰੂ ਦੀ ਕਿਰਪਾ ਰਹਿਮਤ ਫਿਰ ਹੁੰਦੀ ਹੈ, ਫਿਰ ਸਾਡੇ ਅੰਦਰ ਵਸਦਾ ਹੈ ਉਹ। ਪ੍ਰਭ ਜੀ ਵਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਇਹ ਦਾਸਾਂ ਦਾ ਮਾਰਗ ਹੈ ਭਾਈ। ਆਪਾਂ ਦਾਸਾਂ ਦੇ ਦਾਸ ਬਣਨਾ ਹੈ, ਗੁਰਸਿੱਖ ਬਣਨਾ ਹੈ। ਭਗਤ ਜਨਾਂ ਦੀ, ਸੰਤ ਜਨਾਂ ਦੀ, ਹਰ ਜਨਾਂ ਦੀ ਬਾਣੀ ਹੈ। ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਸਾਧੂ ਜਨ ਰਾਮ ਰਸਨ ਬਖਾਣੀ। ਉਹਨੇ ਰਸਨਾ 'ਤੇ ਪ੍ਰਗਟ ਕਰਕੇ ਉਹੀ ਭਾਈ ਸਾਧ ਨੇ, ਇਹਨਾਂ ਨੇ ਬਾਣੀ ਪ੍ਰਗਟ ਰੂਪ 'ਚ ਆਪਾਂ ਨੂੰ ਦਿੱਤੀ ਹੈ। ਉਹੀ ਸਤਿਗੁਰ ਸਮਝਾਉਂਦੇ ਨੇ, ਪ੍ਰਭ ਜੀ ਬਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਜਿਹੜੀ ਗੁਰਸਿੱਖ ਇਹ ਕਮਾਈ ਕਰਨਗੇ, ਰਸਨਾ ਤੋਂ ਭਾਵ ਉਹਨਾਂ ਦੀ ਬੁੱਧੀ 'ਤੇ ਉਹ ਨਾਮ ਪ੍ਰਗਟ ਹੋ ਜਾਂਦਾ ਹੈ। ਉਹੀ ਤਾਂ ਸੰਸਾਰ ਨੂੰ ਸਮਝਾਉਂਦੇ ਨੇ, ਉਹੀ ਤਾਂ ਗੁਰਸਿੱਖ ਨੇ, ਉਹੀ ਤਾਂ ਜਗਿਆਸੂ ਨੇ, ਉਹੀ ਤਾਂ ਭਗਤ ਜਨ ਨੇ, ਉਹੀ ਤਾਂ ਸੰਤ ਜਨ ਨੇ। ਆਪ ਜਪੇ ਅਵਰੇ ਨਾਮ ਜਪਾਵੇ।
ਉਹ ਸਭ ਤੋਂ ਵੱਡੀ ਸੇਵਾ ਸੰਸਾਰ ਦੇ ਵਿੱਚ ਹੁੰਦੀ ਹੈ। ਦਰਗਾਹ 'ਚ ਉਹੀ ਪ੍ਰਵਾਨਗੀ ਜਾਂਦੀ ਹੈ। ਅੱਗੇ ਸਤਿਗੁਰ ਕੀ ਸਮਝਾਉਂਦੇ ਹੈ? ਪ੍ਰਭ ਕੋ ਸਿਮਰੇ ਸੇ ਧਨਵੰਤੇ, ਪ੍ਰਭ ਕੋ ਸਿਮਰੇ ਸੇ ਪਤਵੰਤੇ। ਉਹ ਧਨਵੰਤ ਹੁੰਦੇ ਆ, ਨਾਮ ਧਨ ਹੁੰਦਾ ਨਾ ਕੋਲੇ ਭਾਈ। ਅੱਗੇ ਆਪਾਂ ਨੂੰ ਉਹੀ ਤਾਂ ਪ੍ਰਾਪਤੀ ਹੋਣੀ ਆ, ਉਹੀ ਤਾਂ ਆਪਣੇ ਨਾਲ ਜਾਣਾ। ਇੱਥੋਂ ਸੰਸਾਰ ਹੀ ਤਾਂ ਆਪਣੇ ਨਾਲ ਕੁਝ ਵੀ ਨਹੀਂ ਜਾਣਾ। ਇੱਕ ਹਰ ਕੇ ਨਾਮ ਬਿਨ ਅੱਗੇ ਲਈਏ ਖੋ। ਜੇ ਹਰ ਨਾਮ ਆਪਣੇ ਕੋਲ ਹੈਗਾ, ਉਹੀ ਨਾਲ ਜਾਣਾ ਵਾ। ਅੱਗੇ ਫਿਰ ਇਹਦੀ ਪ੍ਰੀਖਿਆ ਜਿਹੜੀ ਹੁੰਦੀ, ਅਗਨੀ ਪ੍ਰੀਖਿਆ 'ਚ ਆਪਾਂ ਕਹਿੰਦੇ ਹਾਂ ਸੀਤਾ ਦੀ, ਉਹ ਸ਼ੁਰੂ ਹੋਣੀ ਹੈ ਇਹਦੀ। ਪਰ ਪਹਿਲਾਂ ਹੀ ਕਿਉਂ ਨਾ ਤਿਆਰੀ ਕਰੀਏ ਭਾਈ? ਇਹ ਸੰਕਟ ਤੋਂ ਆਪਾਂ ਪਹਿਲਾਂ ਹੀ ਕਿਉਂ ਨਾ ਬਚੀਏ? ਸੰਕਟ ਆਪਣੇ ਤੇ ਅੱਗੇ ਆ ਰਿਹਾ, ਬਾਣੀ ਸੰਕਟ 'ਚੋਂ ਕੱਢਦੀ ਹੈ। ਪਰ ਆਪਾਂ ਮਾਇਆ ਦੇ ਗੀਤ ਗਾਈ ਜਾਂਦੇ ਹਾਂ, ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ, ਹਾਥ ਦੇ ਰਾਖੇ ਆਪਣੇ ਕੋ, ਸਾਸ ਸਾਸ ਪਿਤ ਪਾਲੇ। ਸਤਿਗੁਰ ਸਮਝਾਉਂਦੇ ਨੇ, ਮਨ ਬੁੱਧੀ ਵਿਚਾਰ ਕਰਦੇ ਨੇ ਇੱਥੇ। ਬੁੱਧੀ ਮਨ ਨੂੰ ਸਮਝਾਉਂਦੀ ਆ, ਆਪਣੇ ਤੇ ਔਖੀ ਘੜੀ ਨਹੀਂ ਆਉਣੀ। ਉਹਦਾ ਸੁਭਾਅ ਆ, ਜਿਹੜੇ ਉਹਦੇ ਨਾਲ ਜੁੜ ਜਾਂਦੇ ਉਹ ਤੇ ਕਿਰਪਾ ਰਹਿਮਤ ਕਰ ਦਿੰਦਾ, ਉਹਦਾ ਸੰਕਟ ਕੱਟਿਆ ਜਾਂਦਾ। ਉਹੀ ਤਾਂ ਬਾਣੀ ਸੰਕਟ ਕੱਟਦੀ ਹੈ। ਕਿਹਨਾਂ ਦਾ ਕੱਟਿਆ ਜਾਂਦਾ ਹੈ? ਪ੍ਰਭ ਕੋ ਸਿਮਰੇ ਸੇ ਧਨਵੰਤੇ, ਪ੍ਰਭ ਕੋ ਸਿਮਰੇ ਸੇ ਪਤਵੰਤੇ। ਉਹ ਪਤਵੰਤੇ ਹੁੰਦੇ ਨੇ, ਪਵਿੱਤਰ ਹੋ ਜਾਂਦੇ ਨੇ। ਪਵਿੱਤਰ 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 ਮਾਇਆ ਤੋਂ ਸ਼ੁੱਧ ਹੁੰਦੇ ਹੁੰਦੇ ਪਨੀਤ ਹੋ ਜਾਂਦੇ ਨੇ। ਉਹ ਆਪਦੇ ਘਰ ਪਹੁੰਚ ਜਾਂਦੇ ਨੇ। ਮਨ ਧੋਵੋ ਗੁਰ ਸ਼ਬਦ ਲਾਗੋ, ਹਰਿ ਸਿਉ ਰਹੋ ਚਿਤ ਲਾਏ। ਜਿਹੜੇ ਗੁਰਸਿੱਖ ਗੁਰਮਾਰਗ 'ਤੇ ਚੱਲਣ ਵਾਲੇ ਹਰੀ ਨਾਲ ਜੁੜੇ ਰਹਿੰਦੇ ਨੇ, ਮਨ ਨੂੰ ਧੋਂਦੇ ਰਹਿੰਦੇ ਨੇ, ਉਹ ਪਵਿੱਤਰ ਹੋ ਜਾਂਦੇ ਨੇ। ਅਸੀਂ ਸਰੀਰ ਕਰਕੇ ਪਵਿੱਤਰ ਹੋ ਜਾਂਦੇ ਹਾਂ। ਬਾਣੀ ਨਹੀਂ ਮੰਨਦੀ ਭਾਈ। ਸੁੱਚੇ ਨਾ ਆਖੀਏ ਬਹਿਣ ਜੋ ਪਿੰਡਾ ਧੋਏ, ਸੁੱਚੇ ਸਈ ਨਾਨਕਾ ਜਿਸ ਮਨ ਵਸਿਆ ਸੋਏ। ਮਨ ਦੇ ਵਿੱਚ ਬਚਦਾ, ਉਹਦੀ ਕਿਰਪਾ ਰਹਿਮਤ ਹੁੰਦੀ ਹੈ, ਫਿਰ ਉਹਦੇ ਗੁਣ ਗਾਏ ਜਾਂਦੇ ਆ। ਉਸ ਅਵਸਥਾ ਨੂੰ ਸੁੱਚਾ ਕਿਹਾ ਵਾ। ਮਨ ਨੂੰ ਸਰੀਰ ਕਰਕੇ ਤਾਂ ਅਸੀਂ ਹੋ ਜਾਂਦੇ ਹਾਂ, ਪਰ ਆਤਮਾ ਕਰਕੇ ਕੋਰੇ ਰਹਿ ਜਾਂਦੇ ਹਾਂ। ਅੱਗੇ ਸਤਿਗੁਰ ਸਮਝਾਉਂਦੇ, ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ। ਉਹ ਦਰਗਾਹ 'ਚ ਪ੍ਰਵਾਨ ਹੋ ਜਾਂਦੇ ਨੇ। ਪੰਜ ਪ੍ਰਵਾਨ ਪੰਜ ਪ੍ਰਧਾਨ, ਪੰਚੇ ਪਾਵੇ ਦਰ ਕੇ ਮਾਨ, ਪੰਚਾਂ ਕਾ ਗੁਰ ਇੱਕ ਧਿਆਨ ਹੋ ਜਾਂਦਾ। ਬਾਣੀ ਸਾਡਾ ਇੱਕ ਨਾ ਧਿਆਨ ਲਵਾਉਂਦੀ ਹੈ, ਇੱਕ ਦਾ ਗਿਆਨ ਕਰਾਉਂਦੀ ਹੈ। ਇਹ ਜੁਗਮੇ ਏਕੇ ਕੋ ਆਇਆ, ਜਨਮਤ ਮੋਇਆ ਮੋਹਣੀ ਮਾਇਆ। ਮਾਇਆ ਨੇ ਮੋਹ ਲਿਆ, ਹੁਣ ਦੁਬਾਰਾ ਫਿਰ ਆਪਾਂ ਆਪਦੇ ਮੂਲ ਨਾਲ ਜੋੜਨਾ ਵਾ। ਬਾਣੀ ਇੱਕ ਦਾ ਗਿਆਨ ਕਰਾਉਂਦੀ ਹੈ, ਫਿਰ ਗਿਆਨ ਹੀ ਧਿਆਨ ਬਣ ਜਾਂਦਾ। ਧਿਆਨ ਦੀ ਦੁਨੀਆ 'ਚ ਆਪਾਂ ਚਲੇ ਜਾਂਦੇ ਹਾਂ। ਉਹ ਪ੍ਰਵਾਨ ਹੋ ਜਾਂਦੇ ਨੇ। ਪੁਰਖ ਪ੍ਰਧਾਨ ਤੋਂ ਭਾਵ ਉਹ ਸਮਝਾਉਣ ਯੋਗ ਹੋ ਜਾਂਦੇ ਆ, ਵੱਡੇ ਹੋ ਜਾਂਦੇ ਨੇ। ਭਾਵ ਦੀ ਅਵਸਥਾ ਉੱਚੀ ਹੋ ਜਾਂਦੀ। ਐ ਨਹੀਂ ਵੀ ਸੰਸਾਰ 'ਚ ਵੱਡੇ ਹੋ ਜਾਂਦੇ ਨੇ, ਦਰਗਾਹ 'ਚ ਵੱਡੇ ਹੋ ਜਾਂਦੇ ਨਹੀਂ। ਉਹ ਗੁਰਸਿੱਖਾਂ ਦੀ ਅਵਸਥਾ ਬਾਰੇ ਸਤਿਗੁਰ ਸਮਝਾਉਂਦੇ ਨੇ, ਉਹ ਦੂਏ ਨੂੰ ਸਮਝਾਉਣ ਯੋਗ ਹੋ ਜਾਂਦੇ ਨੇ। ਪ੍ਰਭ ਕੋ ਸਿਮਰੇ ਸੇ ਬੇਮੁਤਾਜੇ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ। ਬੇਮੁਤਾਜੇ ਹੁੰਦੇ ਨੇ ਗੁਰਸਿੱਖ ਭਾਈ, ਸਰਬ ਕੇ ਰਾਜੇ ਹੁੰਦੇ, ਰੱਜੇ ਹੁੰਦੇ ਆ। ਉਹਦੇ ਅੰਦਰ ਇੱਛਾ ਹੀ ਨਹੀਂ ਹੁੰਦੀ। ਰਾਜਾ ਉਹੀ ਹੈ ਜੋ ਰੱਜ ਜਾਵੇ। ਜਿਹੜਾ ਮੰਗਦਾ ਉਹ ਤਾਂ ਭਾਈ ਭਿਖਾਰੀ ਆ, ਛੋਟਾ ਚਾਹੇ ਬੜਾ। ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਦਾਤਾ ਤਾਂ ਇੱਕ ਹੀ ਹੈ। ਦਿੰਦਾ ਦੇ ਲੈਂਦੇ ਤੱਕ ਪਾਏ, ਜੁਗਾ ਜੁਗੰਤਰ ਖਾਈ ਖਾਏ। ਦੇ ਰਿਹਾ ਉਹ ਜੀਵ, ਆ ਰਹੇ ਨੇ ਜਾ ਰਹੇ ਨੇ, ਇੱਕ ਹੀ ਦਾਤਾ। ਉਹ ਰਾਜੀ ਹੋ ਜਾਂਦੇ ਨੇ ਜਿਹਨੂੰ ਕੋਈ ਸਿਮਰਨ ਹੁੰਦਾ ਹੈ। ਪ੍ਰਭ ਕੋ ਸਿਮਰੇ ਸੇ ਸੁਖ ਵਾਸੀ, ਪ੍ਰਭ ਕੋ ਸਿਮਰੇ ਸਦਾ ਵਿਨਾਸੀ। ਸੁਖ ਵਾਸੀ ਹੁੰਦੇ ਨੇ, ਸੁਖ ਸਾਗਰ ਚਲੇ ਜਾਂਦੇ ਨੇ। ਉਹ ਜਪਜੀ ਸਾਹਿਬ ਸਤਿਗੁਰਾਂ ਦੇ ਬਚਨ ਨੇ, ਦੁੱਖ ਪਰ ਹਰ ਸੁਖ ਘਰ ਲੈ ਜਾਏ। ਜਿਹੜੇ ਜੁੜੇ ਰਹਿੰਦੇ ਨੇ ਗੁਰ ਸ਼ਬਦ ਨਾਲ, ਭਾਣੇ ਜਿਹਨਾਂ ਦਾ ਮਨ ਆ ਜਾਂਦਾ ਹੈ, ਬਾਣੀ ਨੂੰ ਸਤ ਕਰਕੇ ਮੰਨਦੇ ਨੇ, ਉਹ ਸੁਖਵਾਸੀ ਹੋ ਜਾਂਦੇ ਆ। ਭਾਵ ਸੁਖ ਸਾਗਰ 'ਚ ਬਾਣੀ ਉਹਨਾਂ ਨੂੰ ਕੱਢ ਕੇ ਲੈ ਜਾਂਦੀ। ਦੁੱਖ ਸਾਗਰ 'ਚੋਂ ਕੱਢ ਕੇ ਸੁਖ ਸਾਗਰ 'ਚ ਲੈ ਜਾਂਦੀ ਹੈ। ਸਦਾ ਅਵਿਨਾਸੀ, ਫਿਰ ਉਹਨਾਂ ਦਾ ਜੰਮਣ ਮਰਨ ਕੱਟਿਆ ਜਾਂਦਾ ਹੈ। ਉਹਨਾਂ ਦਾ ਜੰਮਣ ਮਰਨ ਨਹੀਂ ਰਹਿੰਦਾ, ਅਵਿਨਾਸੀ ਹੋ ਜਾਂਦੇ ਨੇ। ਸਿਮਰਨ ਤੇ ਲਾਗੇ ਜਿਨ ਆਪ ਦਿਆਲਾ, ਨਾਨਕ ਜਨ ਕੀ ਮੰਗੇਰ ਵਾਲਾ। ਸਤਿਗੁਰ ਸਮਝਾਉਂਦੇ ਨੇ, ਸਿਮਰਨ ਤੇ ਲਾਗੇ ਜਿਨ ਆਪ ਦਿਆਲਾ। ਉਹ ਦਿਆਲੂ ਦੀ ਕਿਰਪਾ ਹੁੰਦੀ ਹੈ। ਇਹੀ ਕਿਰਪਾ ਰਹਿਮਤ ਆਪਾਂ ਲੈਣੀ ਸੀ, ਇਹਦੀ ਤਾਂ ਆਪਾਂ ਅਰਦਾਸ ਕਰਨੀ ਸੀਗੀ। ਪਰ ਸਾਨੂੰ ਪਤਾ ਨਹੀਂ ਸੀ। ਸੱਚ ਦੇ ਗਿਆਨ ਤੋਂ ਬਿਨਾਂ ਸਾਨੂੰ ਅਰਦਾਸ ਦਾ ਪਤਾ ਹੀ ਨਹੀਂ, ਕਾਹਦੀ ਅਰਦਾਸ ਅਸੀਂ ਕਰਨੀ। ਅਸੀਂ ਮਾਇਆ ਦੀ ਕਰੀ ਜਾਂਦੇ ਹਾਂ। ਮਾਇਆ ਭਾਈ ਸਾਡੀ ਪਤਨਾ ਥੋੜ੍ਹੀ ਆਉਂਦੀ ਹੈ। ਸਤਿਗੁਰਾਂ ਦੇ ਆਪਾਂ ਵਚਨ ਲੈ ਲੈਂਦੇ ਹਾਂ, ਜਿਸ ਧਨ ਕੋ ਚਾਰ ਕੁੰਟ ਉਠਤਾਵੇ, ਸੋ ਧਨ ਹਰ ਸੇਵਾ ਤੇ ਪਾਵੇ। ਜਦੋਂ ਮਨੁੱਖਾ ਦਹੀ ਉਹਦੀ ਕਿਰਪਾ ਨੇ ਮਿਲੀ ਹੈ, ਸੰਸਾਰੀ ਧਨ ਵੀ ਉਹਦੀ ਕਿਰਪਾ ਨੇ ਮਿਲਣੇ। ਪਰ ਸਾਡਾ ਜੀਵਨ ਐਵੇਂ ਚੱਲਿਆ ਜਾਂਦਾ ਵਾ। ਪ੍ਰਭ ਕੋ ਸਿਮਰੇ ਸਦਾ ਵਿਨਾਸੀ, ਸਿਮਰਨ ਤੇ ਲਾਗੇ ਜਿਨ ਆਪ ਦਿਆਲਾ, ਨਾਨਕ ਜਨ ਕੀ ਮੰਗੇ ਰਵਾਲਾ। ਜਿੱਥੇ ਕਿਰਪਾ ਰਹਿਮਤ ਹੁੰਦੀ ਹੈ, ਇਹੀ ਧੂੜ ਮੰਗਣੀ ਹੈ ਰਵਾਲਾ ਭਾਈ ਗਿਆਨ ਦੀ, ਉਹ ਆਤਮਾ ਕਰਕੇ ਹੈ। ਜਿਹੜੇ ਸਰੀਰ ਰੂਪੀ ਧੂੜ ਅਸੀਂ ਪਾ ਲੈਣੇ, ਉਹ ਗਿਆਨਤਾ ਹੁੰਦੀ ਹੈ, ਸਾਨੂੰ ਪਤਾ ਹੀ ਨਹੀਂ ਉਹਦੇ ਬਾਰੇ। ਅਸੀਂ ਉਹਨੂੰ ਧਰਮ ਮੰਨੀ ਜਾਂਦੇ। ਨਹੀਂ ਭਾਈ, ਇਹ ਨਿਰਾਕਾਰ ਭਾਵ ਆਕਾਰ ਤੋਂ ਰਹਿ ਦੁਨੀਆ, ਆਪਾਂ ਉੱਥੇ ਪਹੁੰਚਣਾ ਵਾ। ਇਹ ਗੁਰ ਕੀ ਮੱਤ ਤੋਂ ਬਿਨਾਂ ਆਪਾਂ ਉੱਥੇ ਨਹੀਂ ਪਹੁੰਚ ਸਕਦੇ। ਇਹ ਸਰੀਰ ਛੱਡਣ ਤੋਂ ਪਹਿਲਾਂ ਪਹਿਲਾਂ ਪਹੁੰਚਣਾ ਆਪਾਂ ਉੱਥੇ। ਪ੍ਰਭ ਕੋ ਸਿਮਰੇ ਸੀ ਪਰਉਪਕਾਰੀ, ਪ੍ਰਭ ਕੋ ਸਿਮਰੇ ਤਿਨ ਸਦ ਬਲਿਹਾਰੀ। ਉਸ ਅਵਸਥਾ 'ਚ ਜਾ ਕੇ ਜਦੋਂ ਸਹਿਜ ਦੁਨੀਆ ਭਾਵ ਮਾਇਆ ਪਾਰ ਹੋ ਜਾਂਦੀ ਹੈ, ਫਿਰ ਪਰਉਪਕਾਰ ਸ਼ੁਰੂ ਹੁੰਦਾ ਹੈ। ਮਾਇਆ ਦੇ ਵਿੱਚ ਸਵਾਰਥ ਹੁੰਦਾ ਹੈ ਸਾਡਾ, ਪਰਮਾਰਥ ਨਹੀਂ ਹੁੰਦਾ ਹੈ। ਮਨ ਸਵਾਰਥ ਤੋਂ ਬਿਨਾਂ ਕੋਈ ਕੰਮ ਨਹੀਂ ਕਰਦਾ। ਥੋੜ੍ਹੀ ਬਹੁਤ ਦੀ ਇੱਛਾ ਰਹਿੰਦੀ ਹੈ, ਕਿੰਨਾ ਵੀ ਸੰਤੋਖ 'ਚ ਆ ਜਾਵੇ,
ਪਰ ਜੇ ਗੁਰੂ ਦੀ ਕਿਰਪਾ ਰਹਿਮਤ ਹੋ ਜਾਵੇ ਅਤੇ ਸੁਣੀਏ ਸਤ ਸੰਤੋਖ ਗਿਆਨ, ਇਹਨੂੰ ਸੱਚ ਦਾ ਗਿਆਨ ਹੋ ਜਾਵੇ ਸੁਣ ਬਾਣੀ ਨਾਲ, ਸਮਝਣ ਨਾਲ, ਫਿਰ ਇਹਦੇ ਅੰਦਰ ਸੰਤੋਖ ਪੈਦਾ ਹੁੰਦਾ, ਫਿਰ ਪਰਉਪਕਾਰ ਕਰਦਾ ਹੈ। ਫਿਰ ਇਹਦੀ ਭਗਤੀ ਸ਼ੁਰੂ ਹੁੰਦੀ ਹੈ, ਪਹਿਲਾਂ ਆਪ ਕਰਦਾ, ਫਿਰ ਦੂਜਿਆਂ ਨੂੰ ਸਮਝਾਉਂਦਾ। ਉਹੀ ਸਤਿਗੁਰੂ ਸਮਝਾਉਂਦੇ ਆ, ਪ੍ਰਭ ਕੋ ਸਿਮਰੇ ਸੋਝੀ ਵਾਲੇ ਗੁਰਸਿੱਖ ਸੇ ਪਰਉਪਕਾਰੀ, ਪ੍ਰਭ ਕੋ ਸਿਮਰੇ ਤਿਨ ਸਦ ਬਲਿਹਾਰੀ। ਸਤਿਗੁਰੂ ਸਮਝਾਉਂਦੇ, ਮੈਂ ਉਹਨਾਂ ਤੋਂ ਬਲਿਹਾਰੀ ਜਾਨਾ ਭਾਈ, ਜਿਹੜੇ ਪਰਉਪਕਾਰ ਕਰਦੇ ਨੇ, ਪਹਿਲਾਂ ਤਾਂ ਆਪ ਪ੍ਰਾਪਤੀ ਕਰਦੇ ਨੇ, ਫਿਰ ਦੂਜਿਆਂ ਨੂੰ ਸਮਝਾਉਂਦੇ ਨੇ। ਪ੍ਰਭ ਕੋ ਸਿਮਰੇ ਸੇ ਮੁਖ ਸਹਾਵੇ, ਪ੍ਰਭ ਕੋ ਸਿਮਰੇ ਤਿਨ ਸੂਖ ਵਿਹਾਵੇ। ਮੁਖ ਸਹਾਵੇ ਤੋਂ ਭਾਵ ਜਦੋਂ ਮੁਖ ਚੋਂ ਬਾਣੀ ਨਾਮ ਰੂਪੀ ਉਚਰਦੇ ਨੇ, ਉਹ ਸੁੱਖ ਦੇਣ ਵਾਲੀ ਹੁੰਦੀ ਹੈ। ਪ੍ਰਭ ਕੋ ਸਿਮਰੇ ਸੋਝੀ ਵਾਲੇ ਗੁਰਸਿੱਖ ਤਿਨ ਸੂਖ ਵਿਹਾਵੇ, ਸੁੱਖਾਂ ਦਾ ਵਪਾਰ ਕਰਦੇ ਨੇ, ਸੁੱਖ ਸਾਗਰ ਲੈ ਜਾਂਦੇ ਨੇ, ਪਹਿਲਾਂ ਆਪ ਪਹੁੰਚਦੇ ਨੇ, ਫਿਰ ਦੂਜਿਆਂ ਨੂੰ ਰਸਤਾ ਸਮਝਾਉਂਦੇ ਨੇ। ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ। ਕੁਦਰਤ ਦੀ ਕਿਰਪਾ ਰਹਿਮਤ ਉਹਨਾਂ 'ਤੇ ਹੋ ਜਾਂਦੀ ਹੈ। ਆਤਮ ਤੋਂ ਭਾਵ ਸਿਮਰ ਸੋਝੀ ਨਾਲ ਉਹ ਮਨ ਨੂੰ ਜਿੱਤ ਲੈਂਦੇ ਆ, ਬੁੱਧੀ ਮਨ 'ਤੇ ਵਿਜੇ ਪ੍ਰਾਪਤ ਕਰ ਲੈਂਦੀ ਹੈ। ਮਨ ਜੀਤੇ ਜਗ ਜੀਤ। ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ, ਫਿਰ ਨਿਰਮਲ ਗਿਆਨ ਉਹ ਦਿੰਦੇ ਨੇ, ਮੈਲ ਤੋਂ ਰਹਿਤ। ਪਹਿਲਾਂ ਮਾਇਆ ਦੇ ਵਿੱਚ ਮੈਲ, ਸਾਡੇ ਅੰਦਰ ਇੱਛਾ ਰਹਿੰਦੀਆਂ ਨੇ, ਵਡਿਆਈ ਦੀ ਭੁੱਖ ਰਹਿੰਦੀ ਹੈ। ਪ੍ਰਭ ਕੋ ਸਿਮਰੇ ਤਿਨ ਨੰਦ ਕਨੇਰੇ, ਪ੍ਰਭ ਕੋ ਸਿਮਰੇ ਬਸੇ ਹਰ ਨੇਰੇ। ਹੁਣ ਅਸੀਂ ਸੋਚ ਕਰਕੇ ਦੂਰ ਹਾਂ ਕੁਦਰਤ ਤੋਂ, ਕੁਦਰਤ ਬਹੁਤ ਨੇੜੇ ਹੈ, ਕਰਨੀ ਆਪੋ ਆਪਣੀ ਕਹਿ ਨੇੜੇ ਕਹਿ ਦੂਰ। ਪਰ ਆਪਾਂ ਗੁਰੂ ਦੇ ਭਾਣੇ ਚੱਲਾਂਗੇ, ਫਿਰ ਆਪਾਂ ਨੇੜੇ ਹੋ ਜਾਣਾ। ਉਹੀ ਸਤਿਗੁਰੂ ਸਮਝਾਉਂਦੇ ਨੇ, ਪ੍ਰਭ ਕੋ ਸਿਮਰੇ ਬਸੇ ਹਰ ਨੇਰੇ। ਹਰ ਦਾ ਦਰਸ਼ਨ ਹੋ ਜਾਂਦਾ ਭਾਈ, ਫਿਰ ਤਾਂ ਹਰੀ ਦਾ ਗੁਣ ਗਾਵਾਂਗੇ। ਪ੍ਰਭ ਕੋ ਸਿਮਰੇ ਬਸੇ ਹਰ ਨੇਰੇ। ਇਹੀ ਤਾਂ ਆਪਾਂ ਕਨੇਰੇ ਨੰਦ ਖੁਸ਼ੀਆਂ ਦੀ ਪ੍ਰਾਪਤੀ ਕਰਨੀ, ਉਹਦੇ ਚਰਨਾਂ ਨਾਲ ਜੁੜ ਕੇ। ਜਿਹੜੇ ਸਾਨੂੰ ਸੰਸਾਰੀ ਸੁੱਖ ਮਿਲਦੇ ਆ, ਖੁਸ਼ੀਆਂ ਮਿਲਦੀਆਂ, ਉਹ ਸਰੀਰ ਕਰਕੇ ਨੇ, ਵਡਿਆਈਆਂ ਉਹ ਕਿੰਨਾ ਕੁ ਚਿਰ ਨੇ ਭਾਈ, ਸਰੀਰ ਦੇ ਨਾਲ ਹੀ ਸਮਾਪਤ ਹੋ ਜਾਂਦੀ ਹੈ। ਅੱਗੇ ਸਤਿਗੁਰੂ ਸਮਝਾਉਂਦੇ ਨੇ, ਸੰਤ ਕਿਰਪਾ ਤੇ ਆਨ ਦਿਨ ਜਾਗ, ਨਾਨਕ ਸਿਮਰਨ ਪੂਰੇ ਭਾਗ। ਇਹ ਸੰਤ ਕਿਰਪਾ ਬਾਣੀ ਹੈ ਭਾਈ, ਇਹਦੀ ਆਪਾਂ ਪ੍ਰਾਪਤੀ ਕਰਨੀ ਹੈ। ਸੰਤ ਕਾ ਮਾਰਗ ਧਰਮ ਕੀ ਪੌੜੀ, ਗੋਬੜ ਭਾਗੀ ਪਾਵੇ। ਆਤਮਾ ਜਾਗ ਜਾਂਦੀ ਹੈ। ਸਤਿਗੁਰ ਸਮਝਾਉਂਦੇ ਨੇ, ਸੰਤ ਕਿਰਪਾ ਤੇ ਆਨ ਦਿਨ ਜਾਗ, ਨਾਨਕ ਸਿਮਰਨ ਪੂਰੇ ਭਾਗ। ਅੱਗੇ ਸਤਿਗੁਰ ਸਮਝਾਉਂਦੇ ਨੇ, ਪ੍ਰਭ ਕੇ ਸਿਮਰਨ ਕਾਰਜ ਪੂਰੇ, ਪ੍ਰਭ ਕੇ ਸਿਮਰਨ ਕਬੂ ਨਾ ਚੂਰੇ। ਦਾ ਕਾਰਜ ਪੂਰਾ ਹੋ ਜਾਂਦਾ ਹੈ, ਆਤਮਾ ਪ੍ਰਾਤਮਾ 'ਚ ਲੈ ਹੋ ਜਾਂਦੀ ਹੈ। ਆਤਮਾ ਪ੍ਰਾਤਮਾ ਇੱਕੋ ਕਰੇ, ਅੰਤਰ ਕੀ ਦੁਵਿਧਾ ਅੰਤਰ ਮਰੇ। ਪ੍ਰਭ ਕੇ ਸਿਮਰਨ ਕਬੂ ਨਾ ਝੂਰੇ, ਝੂਰਦਾ ਨਹੀਂ ਜੀਵ ਸੰਸਾਰ ਤੇ ਉਹਦਾ ਆਉਣਾ ਸਫਲ ਹੋ ਜਾਂਦਾ ਹੈ। ਪ੍ਰਭ ਕੇ ਸਿਮਰਨ ਹਰ ਗੁਣ ਬਾਣੀ, ਪ੍ਰਭ ਕੇ ਸਿਮਰਨ ਸਹਿ ਸਮਾਨੀ। ਉਸ ਅਵਸਥਾ 'ਚ ਜਾ ਕੇ ਫਿਰ ਹਰ ਗੁਣ ਗਾਏ ਜਾਂਦੇ। ਹਰ ਦਾ ਦਰਸ਼ਨ ਕਰਨ ਤੋਂ ਬਾਅਦ ਹੀ ਹਰੀ ਦੇ ਗੁਣ ਗਾਏ ਜਾਂਦੇ ਨੇ। ਸਹਿਜ ਮਨ ਟਿਕਿਆ ਰਹਿੰਦਾ, ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਸ ਵਾਰੇ। ਤੋਂ ਭਾਵ ਵੀ ਇਹੀ ਹੈ, ਮਨ ਥਿਰ ਹੋ ਜਾਂਦਾ ਹੈ, ਆਪਦੇ ਮੂਲ ਨਾਲ ਜੁੜ ਜਾਂਦਾ ਹੈ। ਪ੍ਰਭ ਕੇ ਸਿਮਰਨ ਨਹਿਚਲ ਆਸਨ, ਪ੍ਰਭ ਕੇ ਸਿਮਰਨ ਕਮਲ ਬਗਾਸਨ। ਮਨ ਬੁੱਧੀ ਦਾ ਆਸਣ ਜਿਹੜਾ ਹੈਗਾ ਥਿਰ ਹੋ ਜਾਂਦਾ ਹੈ, ਨਿਸ਼ਚਲ ਆਸਣ ਹੋ ਜਾਂਦਾ। ਉਸ ਤੋਂ ਬਾਅਦ ਇਹਨੇ ਜੰਮਣ ਮਰਨ 'ਚ ਨਹੀਂ ਆਉਣਾ। ਜਿਹੜੀ ਅਸੀਂ ਹੱਡ ਯੋਗ ਤਪ ਜੋ ਕਰਦੇ ਹਾਂ, ਸਰੀਰ ਕਰਕੇ ਥਿਰ ਕਰਦੇ ਹਾਂ, ਇੱਥੇ ਕੁਛ ਥਿਰ ਨਹੀਂ ਭਾਈ। ਪ੍ਰਭ ਕੇ ਸਿਮਰਨ ਕਮਲ ਵਿਗਾਸਨ, ਮਨ ਕਮਲ ਵਾਂਗ ਖਿੜਿਆ ਰਹਿੰਦਾ ਹੈ, ਹਿਰਦਾ ਖੁਸ਼ੀਆਂ ਬਣੀਆਂ ਰਹਿੰਦੀਆਂ ਨੇ। ਪ੍ਰਭ ਕੇ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਸਤਿਗੁਰ ਸਮਝਾਉਂਦੇ ਉਸ ਅਵਸਥਾ 'ਚ ਜਾ ਕੇ ਜਦੋਂ ਮਨ ਬੁੱਧੀ ਟਿਕੇ ਰਹਿੰਦੇ ਆ, ਫਿਰ ਸਾਨੂੰ ਉਹ ਤੁਰਕੀ ਬਾਣੀ, ਨਾਦ ਭਾਵ ਹੁਕਮ ਦੀ ਪ੍ਰਾਪਤੀ ਹੁੰਦੀ ਹੈ। ਜਿਹਨੂੰ ਨਾਮ ਕਿਹਾ ਬਾਣੀ ਵਿੱਚ, ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ। ਤਾਂ ਉਹੀ ਜਾਣਦਾ ਜਿਹੜੇ ਭਾਈ ਜਿਹਨਾਂ ਦਾ ਨਿਹਚਲ ਆਸਣ ਹੋ ਜਾਂਦਾ, ਜਿਹਦੇ ਮਨ ਬੁੱਧੀ ਥਿਰ ਹੋ ਜਾਂਦੇ ਨੇ। ਸਿਮਰੇ ਸੇ ਜਨ ਜਿਨ ਕੋ ਪ੍ਰਭ ਮਾਇਆ, ਨਾਨਕ ਤਿਨ ਜਨ ਸਰ ਨਹੀਂ ਪਿਆ। ਸਤਿਗੁਰਾਂ ਦੇ ਫਿਰ ਬਚਨ ਆ ਗਏ। ਹਰ ਇੱਕ ਪਦੇ 'ਚ ਸ਼ਬਦ ਦੀ ਪਦੇ ਦੀ ਚਾਲ ਬਦਲ ਜਾਂਦੀ ਹੈ, ਅਵਸਥਾ ਬਦਲਦੀਆਂ ਜਾਂਦੀਆਂ ਨੇ। ਹੌਲੀ ਹੌਲੀ ਆਪਾਂ ਚੱਲਦੇ ਰਹਿਣਾ, ਇੱਕ ਦਿਨ ਇਹ ਪ੍ਰਾਪਤੀ ਆਪਾਂ ਨੂੰ ਹੋਊਗੀ। ਸਿਮਰੇ ਸੇ ਜਨ ਜਿਨ ਕੋ ਪ੍ਰਭ ਮਾਇਆ, ਨਾਨਕ ਤਿਨ ਜਨ ਸਰ ਨਹੀਂ ਪਿਆ। ਉਹਨਾਂ 'ਤੇ ਕਿਰਪਾ ਰਹਿਮਤ ਹੋ ਜਾਂਦੀ ਹੈ। ਮਾਇਆ ਤੋਂ ਭਾਵ ਕਿਰਪਾ, ਦਇਆ ਮਾਇਆ ਕਰ ਪ੍ਰਾਣਪਤ ਪਿਆਰੇ। ਇਹ ਆਪਾਂ ਕਿਰਪਾ ਲੈਣੀ ਹੈ ਭਾਈ। ਅੱਗੇ ਸਤਿਗੁਰ ਸਮਝਾਉਂਦੇ ਨੇ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ। ਹਰੀ ਦੀ ਸੋਝੀ ਖਾਤਰ, ਹਰੀ ਦੀ ਜਾਣ ਖਾਤਰ, ਹਰ ਦੇ ਦਰਸ਼ਨ ਖਾਤਰ, ਹਰੀ ਦੀ ਪ੍ਰਾਪਤੀ ਖਾਤਰ ਤਾਂ ਇਹ ਭਗਤ ਜਨਾਂ ਦੀ ਬਾਣੀ ਕੁਦਰਤ ਨੇ ਕਿਰਪਾ ਰਹਿਮਤ ਕੀਤੀ ਹੈ। ਜੀਓ ਬਹੁਤੇ ਜਨਮ ਭਰਮਿਆ, ਸਤਿਗੁਰ ਸ਼ਬਦ ਸੁਣਾਇਆ। ਇਹ ਗੁਰ ਉਪਦੇਸ਼, ਸਤਿਗੁਰ ਸੱਚੀ ਬਾਣੀ, ਇਹ ਕੁਦਰਤ ਨੇ ਦਿੱਤੀ ਆਪਾਂ ਨੂੰ। ਤੁਰਕੀ ਬਾਣੀ ਆਈ ਜਿਨ ਸਗਲੀ ਚਿੰਤ ਮਿਟਾਈ, ਆਪਾਂ ਪ੍ਰਾਪਤੀ ਕਰਨੀ ਉਹਦੀ ਖਾਤਰ ਤਾਂ ਭਗਤ ਗੁਰੂ ਸਾਹਿਬਾਨਾਂ ਨੇ ਗੁਰੂ ਗਿਆਨ ਦਾ ਸਮੁੰਦਰ ਆਪਾਂ ਨੂੰ ਦਿੱਤਾ ਵਾ। ਇਹ ਕੁਦਰਤ ਦੀ ਰਹਿਮਤ ਨਹੀਂ ਮਿਲਿਆ ਆਪਾਂ ਨੂੰ। ਹਰ ਸਿਮਰਨ ਲਗ ਬੇਦ ਉਪਾਏ, ਅਨੇਕ ਤਰ੍ਹਾਂ ਦੇ ਗਿਆਨ, ਬੇਦ ਤੋਂ ਭਾਵ ਗਿਆਨ, ਹਰੀ ਦੀ ਪ੍ਰਾਪਤੀ ਖਾਤਰ ਵੀ, ਸੰਸਾਰੀ ਗਿਆਨ ਵੀ, ਕਿਰਤ ਕਰਨ ਖਾਤਰ ਵੀ, ਸਾਰਾ ਕੁਛ ਉਹਨੇ ਦਿੱਤਾ ਹੈ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਪਾਵੇ ਨਾਨਕਾ ਸਾਹੀ ਗੱਲ ਚੰਗੀ। ਹਰ ਸਿਮਰਨ ਪਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚੌਂ ਕੁਟ ਜਾਤੇ। ਕਿੰਨਾ ਵੀ ਨੀਚ ਆਦਮੀ ਹੋਵੇ, ਕਿੰਨੇ ਵੀ
ਬੁਰਾਈਆਂ ਵਾਲਾ ਮਨੁੱਖ ਹੋਵੇ। ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਮਨੁੱਖ ਕਿੰਨਾ ਵੀ ਬੁਰਾ ਹੋਵੇ, ਗੁਰ ਸ਼ਬਦ ਦਾ ਗਿਆਨ ਉਹਨੂੰ ਦੇਵਤਾ ਬਣਾ ਦਿੰਦਾ ਹੈ। ਉਹੀ ਸਿੱਧ ਨੇ ਭਾਈ, ਜਿਹਨੇ ਸਿੱਧੀ ਪ੍ਰਾਪਤ ਕਰ ਲਈ, ਉਹੀ ਜਤੀ ਨੇ, ਉਹੀ ਦਾਤੇ ਨੇ, ਜਿਹੜੇ ਗੁਰਸਿੱਖ ਇਹ ਸਿਮਰਨ ਪ੍ਰਾਪਤ ਕਰ ਲੈਂਦੇ, ਚਾਰੇ ਕੁੰਟਾਂ ਨੂੰ ਜਾਣ ਲੈਂਦੇ ਨੇ। ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਸਤਿਗੁਰ ਸਮਝਾਉਂਦੇ ਨੇ ਹਰੀ ਦੀ ਸੋਝੀ ਸਾਰਾ ਖੇਲ ਚੱਲ ਰਿਹਾ ਵਾ, ਸਾਰਾ ਉਹਦੀ ਨਜ਼ਰ ਦੇ ਵਿੱਚ ਹੈ। ਉਹ ਸਰਬ ਵਿਆਪੀ ਸ਼ਕਤੀ ਹੈ, ਉਹ ਤੋਂ ਕੁਝ ਵੀ ਲੁਕਿਆ ਨਹੀਂ ਹੈਗਾ। ਸਿਮਰ ਹਰ ਕਾਰਨ ਕਰਨਾ, ਸਾਰੀ ਸ੍ਰਿਸ਼ਟੀ ਜੋ ਕਰ ਰਹੀ ਹੈ ਸਾਰਾ ਉਹਦੀ ਸੋਝੀ ਦੇ ਵਿੱਚ ਹੈ। ਹਰ ਸਿਮਰਨ ਕੀਓ ਸਗਲ ਆਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ। ਜੋ ਆਕਾਰ ਬਣਿਆ ਹੁਕਮੀ ਹੋਵਨ ਆਕਾਰ, ਹੁਕਮ ਨਾ ਕਿਹਾ ਜਾਈ। ਇਹੋ ਜਿਹਾ ਹੁਕਮ ਨਹੀਂ ਭਾਈ ਸਾਡੇ ਵਰਗਾ। ਉਹਦੀ ਹੁਕਮ ਨਾਲ ਸ੍ਰਿਸ਼ਟੀ ਪੈਦਾ ਹੋ ਜਾਂਦੀ ਹੈ, ਹੁਕਮ ਨਾਲ ਸਮਾਪਤ ਹੋ ਜਾਂਦੀ ਹੈ। ਉਹੀ ਤਾਂ ਨਾਮ ਹੈ, ਉਹਦਾ ਤਾਂ ਆਪਾਂ ਦਰਸ਼ਨ ਕਰਨਾ ਹੈ। ਹਰ ਸਿਮਰਨ ਕੀਓ ਸਗਲ ਆਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਵੱਡੀ ਖੇਲ ਹੈ ਭਾਈ, ਆਪਦੀ ਮੱਤ ਨਾ ਆਪਾਂ ਬੁੱਝ ਨਹੀਂ ਸਕਦੇ। ਗੁਰ ਕੀ ਮੱਤ ਤੋਂ ਲਿਹੋ ਆਣੇ, ਭਗਤੀ ਬਿਨਾ ਵੈ ਡੁੱਬੇ ਸਿਆਣੇ। ਜਿਨ੍ਹਾਂ ਨੇ ਗੁਰੂ ਛੱਡਤਾ ਡੁੱਬ ਗਏ। ਪਰ ਆਪਾਂ ਇਹ ਕੰਮ ਨਹੀਂ ਕਰਨਾ ਭਾਈ, ਆਪਾਂ ਗੁਰੂ ਦੀ ਕਿਰਪਾ ਲੈਣੀ ਹੈ। ਗੁਰੂ ਸ਼ਬਦ ਦੇ ਗਿਆਨ 'ਚੋਂ ਉਹ ਪ੍ਰਕਾਸ਼ ਰੂਪੀ ਗਿਆਨ ਆਪਾਂ ਲੈਣਾ, ਜਿਹਦੇ ਨਾਲ ਆਪਣਾ ਜੰਮਣ ਮਰਨ ਕੱਟਿਆ ਜਾਣਾ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਉਹਨਾਂ 'ਤੇ ਕਿਰਪਾ ਰਹਿਮਤ ਹੁੰਦੀ ਹੈ ਭਾਈ, ਉਹਨਾਂ ਨੂੰ ਸਿਮਰਨ ਸੋਝੀ ਪ੍ਰਾਪਤ ਹੁੰਦੀ ਆ। ਆਓ ਸਾਰੇ ਮਿਲ ਕੇ ਆਪਾਂ ਇਹਨੂੰ ਵਿਚਾਰਦੇ ਰਹੀਏ। ਇਹ 'ਚੋਂ ਆਪਾਂ ਨੂੰ ਗੁਰੂ ਸ਼ਬਦ 'ਚੋਂ ਗਿਆਨ ਪੈਦਾ ਹੋਊਗਾ। ਉਹੀ ਤਾਂ ਚਾਨਣ ਹੈ। ਉਹ ਤੋਂ ਬਾਅਦ ਸਾਡੇ ਅੰਦਰ ਜਿਹੜਾ ਭਰਮ ਹਨੇਰਾ ਵਾ, ਜਿਹੜੀ ਜੀਵਾਤਮਾ ਉਹਦੇ ਮੋਹ ਨਾਲ ਮਤਲਬ ਸੰਸਾਰੀ ਜਾਲ 'ਚ ਫਸੀ ਹੋਈ ਆ, ਉਹ ਫਿਰ ਆਪ ਹੀ ਕੱਟ ਦਿੰਦੀ ਆ। ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਆਓ ਆਪਾਂ ਮਿਲਦੇ ਰਹੀਏ। ਇੱਥੇ ਅਸ਼ਟਪਦੀ ਪੂਰੀ ਹੋ ਗਈ। ਹਰ ਇੱਕ ਪਦੀ ਵਿੱਚ ਪਰਿਵਰਤਨ ਦੱਸਿਆ ਕਿ ਸਤਿਗੁਰਾਂ ਨੇ ਸਮਝਾਇਆ ਆਪਾਂ ਨੂੰ, ਪਰ ਇੱਕਦਮ ਨਹੀਂ ਹੁੰਦਾ ਹੈਗਾ। ਆਪਾਂ ਹੌਲੀ ਹੌਲੀ ਚੱਲਣਾ। ਇੱਕ ਪੰਕਤੀ ਨੂੰ ਸਮਝਾਉਣ ਖਾਤਰ ਆਪਾਂ ਨੂੰ ਕਿੰਨੀਆਂ ਹੋਰ ਪੰਕਤੀਆਂ ਲੈਣੀਆਂ ਪੈਂਦੀਆਂ ਨੇ। ਸੁਣਦੇ ਹੀ ਜਾਣਾ ਆਪਾਂ। ਸੁਣਨ ਦੀ ਅਵਸਥਾ ਵਾ, ਸੁਣੀਏ। ਸੁਣਨ ਦੀ ਅਵਸਥਾ ਜਦੋਂ ਸਾਡੀ ਪੂਰੀ ਹੋ ਜਾਂਦੀ ਹੈ, ਮਨ ਪੂਰਨ ਰੂਪ 'ਤੇ ਗਿਆਨ ਜਦੋਂ ਹੋ ਜਾਂਦਾ, ਮੰਨ ਜਾਂਦਾ। ਫਿਰ ਦੂਜੀ ਅਵਸਥਾ 'ਚ ਪਹੁੰਚ ਜਾਂਦਾ, ਮੰਨੀਏ। ਫਿਰ ਮਨ ਮੰਨ ਲੈਂਦਾ। ਮੰਨੇ ਸੁਰਤ ਹੋਵੇ ਮਨ ਬੁੱਧ, ਫਿਰ ਇਹਨੂੰ ਸੋਝੀ ਹੋ ਜਾਂਦੀ ਹੈ। ਫਿਰ ਤੀਜੀ ਅਵਸਥਾ 'ਚ ਪਹੁੰਚ ਜਾਂਦਾ। ਮੰਨੇ, ਸੁਣੀਏ, ਮੰਨੀਏ, ਮਨ ਕੀਤਾ ਭਾਉ। ਫਿਰ ਉਸ ਅਵਸਥਾ ਜਾ ਕੇ, ਤੀਜੀ ਅਵਸਥਾ 'ਚ ਜਾ ਕੇ ਆਪਣਾ ਕੁਦਰਤ ਨਾਲ ਪ੍ਰੇਮ ਪੈਂਦਾ। ਭਾਵ ਹੁਕਮ ਨਾਲ ਆਪਦੇ ਮੂਲ ਹਰ ਨਾ ਕਹਿ ਲਓ। ਫਿਰ ਆਪਣੀ ਭਗਤੀ ਸ਼ੁਰੂ ਹੁੰਦੀ ਹੈ। ਫਿਰ ਅੰਤਰਗਤ ਤੀਰਥ ਮਲਣਾ, ਉਹ ਤੀਰਥ ਹੈ ਆਤਮਾ ਦਾ। ਫਿਰ ਆਪਦੇ ਮੂਲ ਦਾ ਹਰ ਦਾ ਦਰਸ਼ਨ ਕਰ ਲੈਂਦੀ, ਇਹਦੀ ਗਤੀ ਹੋ ਜਾਂਦੀ ਹੈ। ਗਤੀ ਆਤਮਾ ਦੀ ਹੋਣੀ, ਆਪਾਂ ਸਰੀਰ ਦੀ ਕਰੀ ਜਾਂਦੇ ਹਾਂ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰੀਏ, ਸਾਡਾ ਸੰਸਾਰ 'ਤੇ ਹੋਣਾ ਸਫਲ ਹੋਵੇ। ਦੂਜੀ ਅਸ਼ਟਪਦੀ ਆਪਾਂ ਅੱਗੇ ਸ਼ੁਰੂ ਕਰਾਂਗੇ। ਇੱਥੇ ਇੱਕ ਅਸ਼ਟਪਦੀ ਪੂਰੀ ਹੋ ਗਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।